ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਵਿਊ। ਮੈਂ ਆ ਸੋਨੀ ਗਿੱਲ। ਤੁਸੀਂ ਜਿਵੇਂ ਕਿ ਜਾਣਦੇ ਹੋ, ਆਪਣੇ ਦੁਨੀਆ ਵਿੱਚ ਬਹੁਤ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਨੇ। ਉਹਨਾਂ ਮੁਸੀਬਤਾਂ ਵਿੱਚੋਂ ਇੱਕ ਮੁਸੀਬਤ ਦਾ ਨਾਮ ਤੁਸੀਂ ਸੁਣਿਆ ਹੋਊਗਾ, ਡਿਪਰੈਸ਼ਨ। ਡਿਪਰੈਸ਼ਨ 'ਚ ਅੱਜ ਕੱਲ੍ਹ ਆਪਣੇ ਲੋਕ, ਚਾਹੇ ਕੰਮ ਦੇ ਰਿਲੇਟਡ ਲਾ ਲਓ, ਚਾਹੇ ਹੋਰ ਕੋਈ ਆਪਣੇ ਘਰੇਲੂ ਮੁਸੀਬਤਾਂ ਕਰਕੇ ਲਾ ਲਓ, ਲੋਕ ਡਿਪਰੈਸ਼ਨ ਵਿੱਚ ਲਗਾਤਾਰ ਜਾ ਰਹੇ ਨੇ। ਡਿਪਰੈਸ਼ਨ ਦਾ ਇਲਾਜ ਹਾਲੇ ਤੱਕ ਕੋਈ ਪੱਕਾ ਇਲਾਜ ਨਹੀਂ ਮਿਲਿਆ। ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਕੀ ਹੁੰਦਾ ਡਿਪਰੈਸ਼ਨ, ਇਹ ਜਾਣਨ ਲਈ ਸਾਡੇ ਨਾਲ ਬਹੁਤ ਹੀ ਮਸ਼ਹੂਰ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਨੇ। ਡਾਕਟਰ ਸੋਹਣ ਸਿੰਘ ਪਪਰਾਲੀ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਵਿਊ 'ਤੇ। ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ ਤਾਂ ਤੁਹਾਡਾ ਜੀ, ਜਿਹੜੇ ਐਡੀ ਦੂਰੋਂ ਚੱਲ ਕੇ ਆਏ ਹੈ, ਖਲਕਤ ਦੀ ਸੇਵਾ 'ਚ ਤੁਸੀਂ ਲੱਗੇ ਹੋਏ ਹੈ। ਤਾਂ ਮੇਰੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ, ਜਿਹਨੇ ਨੇ ਵੀ ਸੁਣਨਾ, ਸਾਰਿਆਂ ਨੂੰ ਫਤਿਹ ਕਬੂਲ ਹੈ ਜੀ, ਕਬੂਲ ਕਰਿਓ। ਬਾਬਾ ਜੀ, ਇੱਕ ਤੁਸੀਂ ਡਾਕਟਰ ਸਾਹਿਬ, ਤੁਸੀਂ ਜਿਵੇਂ ਡਿਪਰੈਸ਼ਨ ਬਾਰੇ ਸੁਣਿਆ ਹੋਊਗਾ, ਡਿਪਰੈਸ਼ਨ ਕੀ ਹੁੰਦਾ ਜੀ? ਸਾਧ ਸੰਗਤ ਜੀ, ਉਹ ਡਿਪਰੈਸ਼ਨ ਦਾ ਮਤਲਬ ਹੁੰਦਾ ਡਿਪਰੈਸ ਹੋ ਜਾਣਾ। ਜਿਵੇਂ ਹਵਾ ਦਾ ਦਬਾਅ ਨਹੀਂ ਘੱਟ ਬਣ ਜਾਂਦਾ ਕਈ ਵਾਰ ਸਮੁੰਦਰਾਂ 'ਤੇ, ਫਿਰ ਉਹ ਸਾਈਕਲੋਨ ਵਗੈਰਾ ਆਉਂਦੇ ਹੁੰਦੇ, ਜਾਂ ਟਾਈਡ ਵੀ ਆਉਂਦਾ। ਟਾਈਡ ਤਾਂ ਚਲੋ ਕਾਰਨ ਹੋਰ ਹੁੰਦੇ। ਤੋ ਡਿਪਰੈਸ਼ਨ ਦਾ ਮਤਲਬ ਹੈ ਮਨ ਦਾ ਗਲੂਮ ਹੋ ਜਾਣਾ, ਗਲੂਮੀ ਬਣ ਜਾਣਾ, ਜਾਂ ਮਿਲੰਕਲੀ ਕਹਿ ਦਿੰਦੇ ਇਹਨੂੰ, ਸੈਡਨੈਸ ਦੂਜੇ ਸ਼ਬਦਾਂ 'ਚ। ਪਰਵੇਸਿਵ ਐਂਡ ਕੰਸਿਸਟੈਂਟਲੀ ਕੋਈ ਬੰਦਾ ਉਦਾਸ ਰਹੇ, ਉਹਨੂੰ ਡਿਪਰੈਸ਼ਨ ਕਹਿੰਦੇ ਆ। ਨੋਰਮਲੀ ਤਾਂ ਹਰ ਬੰਦਾ ਹੀ ਕਦੇ ਨਾ ਕਦੇ ਉਦਾਸ ਹੁੰਦਾ, ਉਹ ਗੱਲ ਨਹੀਂ ਹੈ। ਜਿਹੜਾ ਲਗਾਤਾਰ ਔਰ ਬਹੁਤ ਬੁਰੀ ਤਰ੍ਹਾਂ ਉਦਾਸ ਰਹੇ, ਦੈਟ ਇਜ਼ ਕਾਲਡ ਡਿਪਰੈਸ਼ਨ। ਤੋ ਇਹ ਜਿਹੜੇ ਮਨੋਰੋਗ ਹੈ, ਸਾਈਕੋਲੋਜੀਕਲ ਡਿਸਆਰਡਰਸ ਕਹਿੰਦੇ ਜਿਹਨੂੰ, ਇਹਨਾਂ ਦੇ ਵਿੱਚ 3-4 ਹੈ। ਇੱਕ ਡਿਪਰੈਸ਼ਨ ਹੁੰਦਾ, ਇੱਕ ਸਕਿਜ਼ੋਫਰੀਨੀਆ ਹੁੰਦਾ, ਇੱਕ ਬਾਈਪੋਲਰ ਡਿਪਰੈਸ਼ਨ ਹੁੰਦਾ, ਔਰ ਇੱਕ OCD ਹੁੰਦਾ ਹੈ। ਇਹਨਾਂ ਦੀ ਥੋੜ੍ਹੀ ਵਿਚਾਰ, ਜਿੰਨਾ ਕੁ ਸਮਾਂ ਹੈ ਉਹਦੇ ਮੁਤਾਬਕ ਕਰਾਂਗੇ ਆਪਾਂ। ਔਰ ਸਭ ਤੋਂ ਪਹਿਲਾਂ ਇਹ ਗੱਲ ਵਿਚਾਰੀਏ, ਡਾਕਟਰ ਸਾਹਿਬ, ਇੱਕ ਇਸ ਦੇ ਕਾਰਨ ਕੀ ਹੁੰਦੇ ਨੇ? ਇਸ ਦੇ ਜਿਵੇਂ ਆਪਾਂ ਇਸ ਨੂੰ ਕਿਵੇਂ ਪਹਿਚਾਣਿਆ ਜਾ ਸਕਦਾ? ਆਮ ਜਿਵੇਂ ਆਪਾਂ ਸੋਚ ਰਹੇ ਨੇ, ਚਲੋ ਇਹ ਸਿਰ ਦੁਖਦਾ ਹੋਊ ਜਾਂ ਕੁਛ ਵੀ ਹੋਊ, ਇਹ ਕਿਵੇਂ ਪਹਿਚਾਣਿਆ ਜਾ ਸਕਦਾ ਵੀ ਆਪਾਂ ਡਿਪਰੈਸ਼ਨ 'ਚ ਜਾ ਰਹੇ ਹਾਂ? ਇਸ ਦੇ ਕੋਈ ਲੱਛਣ ਹੁੰਦੇ ਆ? ਹਾਂ ਸਾਧ ਸੰਗਤ ਜੀਓ, ਇਹਦੇ ਲੱਛਣ ਹੁੰਦੇ ਆ, ਇੱਕ ਤਾਂ ਹਰ ਵਕਤ ਉਦਾਸੀ ਛਾਈ ਰਹਿਣੀ, ਕੰਮ ਨੂੰ ਜੀ ਨਾ ਕਰਨਾ, ਟਾਇਰਡਨੈਸ, ਹਰ ਵਕਤ ਥਕਾਵਟ ਰਹਿਣੀ, ਔਰ ਸੁਈਸਾਈਡਲ ਟੈਂਡੈਂਸੀ, ਖੁਦਕੁਸ਼ੀ ਕਰਨ ਦੇ ਵਿਚਾਰ ਮਨ 'ਚ ਆਈ ਜਾਣੇ, ਔਰ ਕਦੇ ਕਦੇ ਤਾਂ ਕੋਈ ਕਰ ਵੀ ਲੈਂਦਾ ਖੁਦਕੁਸ਼ੀ। ਫਿਰ NOI, ਯਾਨੀ ਜ਼ਿੰਦਗੀ ਤੋਂ ਬੰਦਾ ਹਰ ਵਕਤ ਤੰਗ ਹੋ ਜਾਵੇ, ਜਿਹਨੂੰ ਕਹਿੰਦੇ ਆ ਵੀ ਮੇਰਾ ਜੀ ਨਹੀਂ ਲੱਗਦਾ, ਮੇਰਾ ਮਰਨੇ ਨੂੰ ਜੀ ਕਰਦਾ, ਜਿਉਣ ਨੂੰ ਜੀ ਨਹੀਂ ਕਰਦਾ, ਉਹਨੂੰ NOI ਕਹਿੰਦੇ ਆ ਅੰਗਰੇਜ਼ੀ 'ਚ। ਉਸ ਤਰ੍ਹਾਂ ਕਰਨਾ, ਔਰ ਲੈਕ ਆਫ ਇੰਟਰਸਟ ਹੋ ਜਾਣਾ ਹਰ ਗੱਲ ਵਿੱਚ, ਬਈ ਮੇਰਾ ਜੀ ਨਹੀਂ ਲੱਗਦਾ ਕਿਸੇ ਵੀ ਕੰਮ 'ਚ। ਉਦਾਸ ਐਂਗਜ਼ਾਇਟੀ, ਹਰ ਵਕਤ ਚਿੰਤਾ, ਉਦਾਸੀ, ਇਕੱਲਾ ਬੈਠਾ ਰਹਿਣਾ। ਉਦਾਸ ਨੇ ਤਾਂ ਐਸਾ ਵੀ ਦੇਖਿਆ ਵੀ ਹਨੇਰੇ ਨੂੰ ਪਸੰਦ ਕਰਦੇ ਆ ਕਈ ਲੋਕ, ਚਾਨਣੇ ਦੀ ਬਜਾਏ, ਔਰ ਸੰਗਤ ਦੀ ਬਜਾਏ, ਕੰਪਨੀ ਦੀ ਬਜਾਏ, ਇਕੱਲਪਣਾ, ਇਕੱਲੇ ਰਹਿਣਾ ਪਸੰਦ ਕਰਦੇ ਆ। ਇੱਕ ਕੇਸ ਦੱਸ ਰਹੇ ਨੇ, ਟੋਰਾਂਟੋ ਦੇ ਵਿੱਚ ਕੋਈ ਬੀਬੀ ਹੈ, ਇੱਧਰੋਂ ਗਈ ਹੋਏ ਮਾਛੀਵਾੜੇ ਤੋਂ, ਉਹਦਾ ਇਲਾਜ ਕਰਿਆ ਸੀਗਾ, ਅਨਮੈਰਿਡ ਸੀ, ਉਹ ਡਿਪਰੈਸ਼ਨ ਦੀ ਸ਼ਿਕਾਰ ਸੀ, ਅੰਦਰ ਬੈਠੀ ਰਹਿੰਦੀ ਸੀ, ਕਦੇ ਨਾ ਅਖਬਾਰ ਪੜ੍ਹਨਾ ਕਹੇ ਤੋਂ, ਨਾ ਹੀ ਕਿਸੇ ਸਹੇਲੀ ਨਾਲ ਟੈਲੀਫੋਨ ਕਰਨਾ, ਕੁਛ ਨਹੀਂ, ਕਦੇ ਰੋਟੀ ਖਾ ਲਈ, ਕਦੇ ਨਾ ਖਾ ਲਈ। ਇਹ ਵੀ ਡਿਪਰੈਸ਼ਨ ਦਾ ਇੱਕ ਸਿੰਪਟਮ ਹੁੰਦਾ ਹੈ, ਵੀ ਕਦੇ ਕਦੇ ਭੁੱਖ ਬਹੁਤ ਲੱਗਦੀ ਹੈ, ਕਦੇ ਕਦੇ ਬਿਲਕੁਲ ਮਰ ਜਾਂਦੀ ਹੈ। ਐਸੇ ਤਰੀਕੇ ਨਾਲ ਨੀਂਦ ਹੁੰਦੀ ਹੈ। ਆਮ ਤੌਰ 'ਤੇ ਡਿਪਰੈਸ਼ਨ ਵਾਲੇ ਜਿਹੜੇ ਮਰੀਜ਼ ਹੈ, ਉਹ ਸਵੇਰੇ ਸਾਜਰੇ ਉਹਨਾਂ ਦੀ ਅੱਖ ਖੁੱਲ੍ਹ ਜਾਂਦੀ ਹੈ, ਔਰ ਨੀਂਦ ਵੀ ਸਾਊਂਡਲੀ ਨਹੀਂ ਆਉਂਦੀ ਉਹਨਾਂ ਨੂੰ। ਉਹ ਸਿਰਫ ਕੈਟਨੈਪ ਸਲੀਪ, ਜਾਣੀ ਬਿੱਲੀ ਦੀ ਤਰ੍ਹਾਂ, ਕਦੇ ਅੱਖ ਲੱਗ ਗਈ, ਕਦੇ ਨਾ ਲੱਗ ਗਈ, ਜਿਵੇਂ ਬਿੱਲੀ ਕਰਦੀ ਹੁੰਦੀ ਹੈ, ਅੱਖਾਂ ਮੀਚ ਕਦੇ ਖੋਲ੍ਹ ਲਈਆਂ, ਇਸ ਤਰ੍ਹਾਂ ਕੈਟਨੈਪ ਸਲੀਪ ਕਹਿੰਦੇ ਉਹਨੂੰ। ਤੋ ਇਹ ਹੈਗੇ ਇਹਦੇ ਲੱਛਣ। ਬਾਕੀ ਹਾਂ, ਹੋਰ ਇਸ ਤੋਂ ਆਪਣਾ ਕਿਵੇਂ ਬਚਿਆ ਜਾ ਸਕਦਾ ਡਿਪਰੈਸ਼ਨ ਤੋਂ? ਜੇ ਬਚਣਾ ਹੋਵੇ, ਫਿਰ ਆਪਾਂ ਤਾਂ ਉਸ ਤੋਂ ਇਲਾਜ ਬਾਰੇ ਪੁੱਛਾਂਗੇ। ਡਿਪਰੈਸ਼ਨ ਤੋਂ ਬਚਿਆ ਕਿਵੇਂ ਜਾ ਸਕਦਾ? ਸਾਧ ਸੰਗਤ ਜੀ, ਉਹ ਪਹਿਲਾਂ ਇਹਦੇ ਜਿਹੜੇ ਡਿਪਰੈਸ਼ਨ ਜਾਂ ਜਿਹੜੇ ਹੋਰ ਵੀ ਸਾਈਕੋਲੋਜੀਕਲ ਡਿਸਆਰਡਰਸ ਨੇ, ਜਿਵੇਂ ਸਕਿਜ਼ੋਫਰੀਨੀਆ, OCD ਹੈ, ਬਾਈਪੋਲਰ ਹੈ, ਇਹ ਕਿਵੇਂ ਪੈਦਾ ਹੁੰਦੇ ਆ? ਇਹਨਾਂ ਦੇ 3-4 ਕਾਰਨ ਹੈ। ਇੱਕ ਤਾਂ ਹੈਰੀਡਿਟਰੀ ਹੈ, ਵੰਸ਼ਜ, ਯਾਨੀ ਮਾਂ-ਬਾਪ ਤੋਂ ਅੱਗੇ ਇਹ ਚੱਲਦਾ ਹੈ, ਉਹ ਵੀ ਹੈ ਕਾਫੀ ਹੱਦ ਤੱਕ। ਇੱਕ ਐਨਵਾਇਰਨਮੈਂਟਲ ਫੈਕਟਰ, ਸਰਕਮਸਟੈਂਸ਼ੀਅਲ, ਆਲਾ ਦੁਆਲਾ ਜਿਹੜਾ ਵਾਤਾਵਰਨ ਹੈ ਉਹਦੇ ਕਰਕੇ। ਇੱਕ ਸਾਈਕੋਲੋਜੀਕਲ ਹੈ, ਕਿਸੇ ਨੂੰ ਘਾਟਾ ਪੈ ਗਿਆ, ਕਿਸੇ ਦੇ ਨਾਲ ਕੋਈ ਅਣਹੋਣੀ ਵਾਪਰ ਗਈ, ਉਹ ਬੰਦਾ ਫਿਰ ਡਿਪਰੈਸ਼ਨ 'ਚ ਚਲਾ ਜਾਂਦਾ। ਇਹ 3-4 ਇਹਦੇ ਕਾਰਨ ਹੈ। ਅੰਦਰੂਨੀ ਹੁੰਦਾ ਵੀ ਜਿਹੜੇ ਨਿਊਰੋ ਟਰਾਂਸਮਿਟਰ ਹੈ,
ਜਿਵੇਂ ਡੋਪਾਮੀਨ ਹੈ, ਸੈਰੋਟੋਨਿਨ ਹੈ, ਐਪੀਨੈਫਰੀਨ ਹੈ, ਇਹ ਇੱਕ ਕਿਸਮ ਦੇ ਰਸ ਹੁੰਦੇ ਨਰਵਸ ਸਿਸਟਮ ਦੇ ਵਿੱਚ। ਇਹ ਰਸਾਂ ਦਾ ਬਾਅਦ ਘਾਟ ਹੋ ਜਾਣੀ, ਜੇ ਘਟ ਗਏ ਤਾਂ OCD ਪੈਦਾ ਹੋ ਜਾਂਦਾ, ਓਬਸੈਸਿਵ ਕੰਪਲਸਿਵ ਡਿਸਆਰਡਰ, ਇਹ ਵੀ ਇੱਕ ਕਿਸਮ ਦਾ ਮਨੋਰੋਗ ਹੁੰਦਾ। ਅਤੇ ਜੇ ਵੱਧ ਜਮੇ ਤਾਂ ਸਕੀਜ਼ੋਫਰੀਨੀਆ ਹੋ ਜਾਂਦਾ, ਇਹ ਵੀ ਇੱਕ ਮਨੋਰੋਗ ਹੈ। ਇਹਨਾਂ ਦੇ ਪਿੱਛੇ ਥੋੜ੍ਹੀ ਜਿਹੀ ਵਿਚਾਰ ਹੋਰ ਕਰ ਦਈਏ ਸਾਧ ਸੰਗਤ ਜੀਓ। ਇਹ ਜਿਹੜੇ ਮਨੋਰੋਗ ਹੈ ਇਹ 3 ਕਿਸਮ ਦੇ ਹੁੰਦੇ ਆ। ਇੱਕ ਹੁੰਦੇ ਡਿਊ ਟੂ ਇਮੋਸ਼ਨ, ਇੱਕ ਹੁੰਦੇ ਡਿਊ ਟੂ ਥਾਟਸ, ਇੱਕ ਹੁੰਦੇ ਡਿਊ ਟੂ ਪਰਸੈਪਸ਼ਨ। ਤੋ ਜਿਹੜਾ ਤਾਂ ਡਿਪਰੈਸ਼ਨ ਹੈ ਇਹ, ਜਾਂ ਬਾਈਪੋਲਰ ਡਿਪਰੈਸ਼ਨ ਵੀ, ਕਦੇ ਛੱਤ ਨੂੰ ਚੜ੍ਹ ਜਾਣਾ ਇੰਨੀ ਖੁਸ਼ੀ ਹੈ, ਮੈਨੀਐਕ ਹੋ ਜਾਣਾ, ਬਹੁਤ ਜ਼ਿਆਦਾ ਹੀ ਇਲੇਟਡ ਹੋ ਜਾਣਾ, ਅਤੇ ਕਦੇ ਕਦੇ ਜਮਾਂ ਹੀ ਹੇਠਾਂ ਦਬ ਜਾਣਾ, ਯਾਨੀ ਸੈਡਨੈਸ, ਗਲੂਮੀਨੈਸ, ਬੁਰੇ ਥਾਟਸ ਆਉਣੇ, ਉਹ ਬਾਈਪੋਲਰ ਹੁੰਦਾ ਹੈ। ਬਾਈਪੋਲਰ ਮੈਨੇ 2 ਪੋਲ ਹੈ, ਕਦੇ ਬਹੁਤ ਖੁਸ਼ੀ, ਕਦੇ ਇੱਕਦਮ ਉੱਪਰ ਇੱਕਦਮ ਹਾਂ, ਇੱਕ ਕਦੇ ਉੱਪਰ ਕਦੇ ਹੇਠ, ਇਸ ਤਰ੍ਹਾਂ। ਤੋ ਇਹ ਜਿਹੜੇ ਹੈ ਜਿੰਨੀਆਂ ਵੀ ਸਾਈਕੋਲੋਜੀਕਲ ਡਿਸਆਰਡਰਸ ਹੈਗੇ ਹੈ, ਇਹਨਾਂ ਦੇ ਵਿੱਚ ਕੁਝ ਸ਼ਬਦ ਆਉਂਦੇ ਹੈ, ਆਪ ਜੀ ਵੀ ਸਭ ਲੋਕ ਦੇਖਦੇ ਹੋਣਗੇ ਕਿਤਾਬਾਂ 'ਚ ਜਾਂ ਨੈੱਟ ਪਰ ਵੀ। ਇੱਕ ਤਾਂ ਹੁੰਦੇ ਡਿਊ ਟੂ ਇਮੋਸ਼ਨ, ਇੱਕ ਹੁੰਦੇ ਡਿਊ ਟੂ ਥਾਟਸ। ਉਹ ਥਾਟਸ ਵਿੱਚ ਕੀ ਹੁੰਦਾ ਹੈ? ਥਾਟਸ ਵਿੱਚ ਉਹਨੂੰ ਡਿਲਿਊਜ਼ਨ ਕਹਿੰਦੇ ਹਾਂ ਆਪਾਂ। ਡਿਲਿਊਜ਼ਨ ਦਾ ਮਤਲਬ ਹੁੰਦਾ ਹੈ ਵੀ ਕੋਈ ਵਿਚਾਰ ਬਾਰ-ਬਾਰ ਆਈ ਜਾਣਾ, ਔਰ ਫਿਰ ਉਹਨੂੰ ਅਪਲਾਈ ਕਰਨਾ। ਜਿਵੇਂ ਕਿਸੇ ਬੰਦੇ ਨੂੰ ਲੱਗਦਾ ਵੀ ਮੈਨੂੰ ਮੇਰੇ ਘਰ ਦੇ ਪੋਇਜ਼ਨ ਦੇ ਰਹੇ, ਦਵਾਈ ਨਹੀਂ ਦੇ ਰਹੇ, ਉਹਦੇ ਦਿਮਾਗ 'ਚ ਬੈਠ ਜਾਂਦੀ ਹੈ ਗੱਲ, ਨੈਗੇਟਿਵ ਥਾਟਸ। ਉਹ ਡਿਲਿਊਜ਼ਨ ਹੁੰਦਾ ਹੈ। ਇੱਕ ਹੁੰਦਾ ਹੈ ਪਰਸੈਪਸ਼ਨ ਦੇ ਕਰਕੇ ਹੋਣਾ। ਉਹ ਪਰਸੈਪਸ਼ਨ ਦੇ ਕਰਕੇ ਉਹਨੂੰ ਕਹਿੰਦੇ ਹੈਲੂਸੀਨੇਸ਼ਨ। ਹੈਲੂਸੀਨੇਸ਼ਨ ਦੇ 'ਚ ਕੀ ਹੁੰਦਾ ਹੈ? ਬੰਦਾ ਇਹ ਸੋਚਦਾ ਕਿਆ, ਉਹਨੂੰ ਸਾਹਮਣੇ ਲੱਗਦਾ ਹੈ ਵੀ ਜੇ ਤਾਂ ਵਿਜ਼ੂਅਲ ਹੈ, ਮੈਨੇ ਦੇਖਣ ਦਾ ਹੈ, ਤਾਂ ਕੋਈ ਬੰਦਾ ਖੜਾ ਸਾਹਮਣੇ ਕੋਠੇ ਪਰ ਬੈਠਾ ਹੈ, ਉਹ ਕਹੇਗਾ, ਉਹਨੂੰ ਦਿਖਦਾ, ਹੋਰ ਨੂੰ ਨਹੀਂ ਦਿਖਦਾ ਹੁੰਦਾ। ਆਪਣੀ ਸੋਚ ਮਤਲਬ ਬਣਾ ਲੈਂਦਾ ਹੀ ਉਹ, ਵੀ ਇਹ ਉਸ ਦੀ ਸੋਚਣੀ ਹੋ ਜਾਂਦੀ ਵੀ ਇਹ ਮੇਰੇ ਨਾਲ ਐ, ਵੀ ਉਹ ਹੈਗਾ ਨੈਗੇਟਿਵ ਡਿਸਆਰਡਰ। ਬਿਲਕੁਲ, ਇਹ ਮੈਂਟਲ ਡਿਸਆਰਡਰ ਹੈ, ਸਭ ਤੋਂ ਸਖਤ ਕਿਸਮ ਦਾ ਹੁੰਦਾ ਹੈ। ਇਹਦੇ ਵਿੱਚ ਸਕੀਜ਼ੋਫਰੀਨੀਆ ਹੁੰਦਾ। ਤੋ ਹਲੂਸੀਨੇਸ਼ਨ ਕੰਨਾਂ ਦਾ ਵੀ ਹੁੰਦਾ। ਕਿਸੇ ਬੰਦੇ ਨੂੰ ਦੂਰ ਤੋਂ ਆਵਾਜ਼ਾਂ ਸੁਣਦੀਆਂ, ਮਰਿਆ ਹੋਇਆਂ ਨਾਲ ਉਹ ਗੱਲਾਂ ਕਰਦਾ ਹੈ। ਲੋਕ ਜਿਹੜਾ ਉਹਦੇ ਆਲਾ ਦੁਆਲਾ ਉਹਦੇ ਘਰ ਦੇ, ਉਹ ਕਹਿੰਦੇ ਵੀ ਸਾਨੂੰ ਤਾਂ ਕੁਝ ਨਹੀਂ ਹੁੰਦਾ, ਤੈਨੂੰ ਕਾਹਤੇ ਲੱਗਦਾ ਇਸ ਤਰ੍ਹਾਂ? ਉਹਨੂੰ ਲੱਗਦਾ ਹੁੰਦਾ। ਉਹ ਹੈਗੀ ਹੈ ਪਰਸੈਪਸ਼ਨ, ਯਾਨੀ ਸਾਹਮਣੇ ਕੋਈ ਚੀਜ਼ ਹੋਣੀ ਉਹਨੂੰ ਲੱਗਦੀ ਹੈ, ਦੂਜਿਆਂ ਨੂੰ ਉਹ ਲੱਗਦੀ ਨਹੀਂ ਹੁੰਦੀ। ਇਹ ਕਿਉਂ? ਇਹ ਇਸ ਤਰ੍ਹਾਂ ਮੈਂਟਲ ਡਿਸਆਰਡਰ ਹੈ, ਅਲੱਗ-ਅਲੱਗ ਕਿਸਮ ਦੇ ਹੈ। ਇੱਕ ਡਿਪਰੈਸ਼ਨ ਹੈ, ਇੱਕ ਸਕੀਜ਼ੋਫਰੀਨੀਆ, ਇੱਕ OCD ਹੈ, ਅਤੇ ਇੱਕ ਬਾਈਪੋਲਰ ਹੈ। ਅਲੱਗ-ਅਲੱਗ ਹੈ, ਇਹ ਸਾਰੇ ਮੈਂਟਲ ਡਿਸਆਰਡਰਸ ਨੇ। ਇਹਨਾਂ ਦਾ ਜਿਹੜਾ ਇਲਾਜ ਹੈ ਉਹ ਅੰਗਰੇਜ਼ੀ ਦਵਾਈ ਵਿੱਚ ਤਾਂ ਕੋਈ ਪੱਕਾ ਇਲਾਜ ਨਹੀਂ ਹੈ। ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਕੋਈ? ਉਹ ਵਿੱਚੇ ਆ ਜਾਣੀ ਗੱਲ। ਜਿਹੜਾ ਇਲਾਜ ਹੈ ਉਹ ਟੈਂਪਰੇਰੀ ਹੁੰਦਾ ਹੈ, ਜਾਂ ਸਾਰੀ ਉਮਰ ਗੋਲੀਆਂ ਚੱਲਦੀਆਂ। ਉਹਨਾਂ ਦੇ ਨਾਲ ਕੁਛ ਨਾ ਕੁਛ ਬੰਦਾ ਕੰਟਰੋਲ ਤਾਂ ਰਹਿੰਦਾ, ਪਰ ਉਹ ਹਟਦਾ ਨਹੀਂ, ਕਿਉਰ ਨਹੀਂ ਹੁੰਦਾ। ਥੋੜ੍ਹੀ ਬਹੁਤੀ ਪੈਲੀਏਸ਼ਨ, ਯਾਨੀ ਥੋੜ੍ਹਾ ਬਹੁਤਾ ਉਹ ਠੀਕ ਘਟ ਜਾਂਦਾ, ਪਰ ਉਹ ਜੜ ਤੋਂ ਨਹੀਂ ਜਾਂਦਾ ਕਦੇ ਵੀ। ਔਰ ਆਪ ਜੀ ਨੂੰ ਗਿਆਤ ਕਰਾਵਾਂ ਬਈ ਹੋਮੋਪੈਥਿਕ ਔਰ ਆਯੁਰਵੈਦਿਕ ਸਿਸਟਮ ਐਸੇ ਹੈ, ਇਹਨਾਂ ਦੇ ਵਿੱਚ ਇਹਦਾ ਪੱਕਾ ਇਲਾਜ ਹੋ ਜਾਂਦਾ ਹੈ। ਨਾਲੇ ਇਹਦਾ ਸਾਈਡ ਇਫੈਕਟ ਵੀ ਨਹੀਂ ਹੁੰਦਾ ਹੈ। ਸਾਈਡ ਇਫੈਕਟ ਵੀ ਨਹੀਂ ਹੁੰਦਾ, ਕੋਈ ਐਡਵਰਸ ਇਫੈਕਟ ਨਹੀਂ ਹੁੰਦਾ, ਲੇਕਿਨ ਇਲਾਜ ਪੱਕਾ ਹੋ ਜਾਂਦਾ ਹੈ। ਦੱਸ ਰਹੇ ਨੇ, ਇੱਕ ਵਾਰ ਇੱਕ ਲੇਡੀ ਨਾਲਾਗੜ੍ਹ ਤੋਂ ਸੀ, ਉਹਦਾ ਨੰਬਰ ਵੀ ਹੈ ਸਾਡੇ ਕੋਲ, ਪਰ ਮੈਂ ਇੱਥੇ ਨੰਬਰ ਤਾਂ ਨਹੀਂ ਉਹਦਾ ਦੇ ਸਕਦਾ। ਜੇ ਕੋਈ ਪਰਸਨਲੀ ਉਹਦੇ ਹਾਲਾਤ ਬਾਰੇ ਦੱਸ ਦਿਓ ਥੋੜ੍ਹਾ ਜਿਹਾ। ਹਾਂ, ਮੈਂ ਦੱਸਦਾ ਤੁਹਾਨੂੰ। ਉਹ ਕਿਸੇ ਡੇਰੇ ਦੇ ਵਿੱਚ ਜਾ ਰਹੇ ਸੀ 5 ਸਾਲ ਤੋਂ, ਵੀ ਇਹਨੂੰ ਕਸਰ ਹੋਈ ਹੈ। ਕਿਉਂਕਿ ਜਿੰਨੇ ਮੈਂਟਲ ਡਿਸਆਰਡਰਸ ਨੇ, ਸਾਡਾ ਸਮਾਜ, ਸਾਡੀ ਸੁਸਾਇਟੀ ਉਹਨਾਂ ਨੂੰ ਭੂਤਾਂ ਪ੍ਰੇਤਾਂ ਨਾਲ, ਕਸਰਾਂ ਨਾਲ ਜੋੜ ਦਿੰਦੀ ਹੈ। ਉਹਦੇ ਘਰ ਵਾਲਾ ਸੀ ਫਾਰਮਾਸਿਊਟੀਕਲ ਕੰਪਨੀ 'ਚ। ਉਹਨਾਂ ਨੇ ਮੈਨੂੰ ਫੋਨ ਕਰਿਆ, ਕਹਿੰਦੇ ਜੀ 5 ਸਾਲ ਹੋ ਗਏ ਕਿਸੇ ਡੇਰੇ 'ਚ ਜਾਂਦਿਆਂ ਨੂੰ, ਆਮ ਲੋਕ ਜਾਂਦੇ ਉੱਥੇ। ਅਤੇ ਇੱਕ ਫਿਰ ਉਹ ਇੱਥੇ ਹਿਮਾਚਲ ਦੇ ਵਿੱਚ ਧਰਮਪੁਰਾ ਕੋਈ, ਉੱਥੋਂ ਕੋਈ ਡਾਕਟਰ ਇਲਾਜ ਕਰਦਾ ਹੈ, ਅੰਗਰੇਜ਼ੀ ਇਲਾਜ ਹੈ ਉਹਦਾ। ਉਹੀ ਗੋਲੀਆਂ, ਸਲੀਪਿੰਗ ਪਿਲਸ, ਨੀਂਦ ਵਗੈਰਾ ਦੀਆਂ, ਐਂਗਜ਼ਾਇਟੀ ਘਟਾਉਣ ਵਾਲੀਆਂ। ਬਈ ਪੱਕਾ ਨਹੀਂ ਜੀ ਠੀਕ ਹੋ ਰਿਹਾ, ਮੇਰੇ ਮਿਸਿਸ ਦਾ ਵੀ ਤੁਸੀਂ ਕਰ ਸਕਦੇ? ਮੈਂ ਕਿਹਾ ਲਿਆਓ, ਦੇਖ ਕੇ ਕਰਾਂਗੇ ਇਲਾਜ ਦਾ। ਉਹ ਆ ਗਏ, ਉਹ ਬਹਿ ਗਿਆ ਹੇਠਾਂ ਬੈਂਚ 'ਤੇ, ਅਤੇ ਉਹਦੇ ਘਰ ਵਾਲੀ ਨਹੀਂ ਬੈਠੀ। ਮੈਂ ਕਿਹਾ, ਉਹਨੂੰ ਕਿਹਾ ਬੀਬਾ ਬਹਿ ਜਾ। ਕਹਿੰਦੀ ਨਹੀਂ ਬਾਬਾ ਜੀ, ਮੇਰੇ 'ਤੇ ਬੈਠ ਨਹੀਂ ਹੁੰਦਾ। ਮੈਂ ਤਾਂ ਰਾਤ ਨੂੰ ਵੀ ਨੀਂਦ ਲੂਣ ਦੀ ਕੋਈ ਗੋਲੀ ਮੈਨੂੰ ਦੰਨੇ ਤਾਂ ਪੈਂਦੀ, ਅਦਰਵਾਈਜ਼ ਮੈਂ ਤਾਂ ਨਾ ਖੜ ਸਕਦੀ ਹਾਂ ਸਵਾਰ ਕੇ, ਬੈਠ ਸਕਦੀ, ਤੁਰੀ ਫਿਰੀ ਰਹਿੰਦੀ ਹੈ। ਇਹ ਸਿੰਪਟਮ ਹੈ ਡਿਪਰੈਸ਼ਨ। 5 ਸਾਲ ਤੋਂ 5 ਸਾਲ ਤੋਂ ਵੀ। ਹਾਂ, ਮੈਰਿਡ ਸੀਗੀ, 2 ਬੱਚੇ ਵੀ ਸੀਗੇ। ਜਦੇ ਫਿਰ ਆ ਕੇ ਖੜੀ ਆਪਣੇ ਘਰ ਵਾਲੇ ਦੇ ਕੱਪੜਿਆਂ ਨੂੰ ਐਂ ਪੱਟਣ ਲੱਗ ਗਈ ਹੱਥ ਨਾਲ। ਕਹਿੰਦੀ ਬਾਬਾ ਜੀ ਮੈਨੂੰ ਕੁੱਟਦੇ ਆ ਇਹ। ਉਹ ਹੱਸਣ ਲੱਗ ਗਿਆ ਵਿਚਾਰਾ, ਉਹਦੇ ਘਰ ਵਾਲਾ। ਹਾਂਜੀ।
ਉਹਨੇ ਮੈਨੂੰ ਦੱਸਤਾ ਬਾਅਦ ਵਿੱਚ, ਕਹਿੰਦਾ ਵੀ ਇਹਦਾ ਖਿਆਲ ਇਹ ਹੈ। ਮੈਂ ਕਾਹਨੂੰ ਕੁੱਟਦਾ ਇਹਨੂੰ, ਉਹ ਐ ਕਿਤੇ ਘੂਰਦੇ ਮਾੜਾ ਮੋਟਾ, ਜਦ ਬਹੁਤਾ ਇਹ ਇਲਤ ਕਰਦੀ ਹੈ ਇਸ ਤਰ੍ਹਾਂ ਦੀ ਕੋਈ, ਕਈ ਵਾਰ ਖਾਸੀ ਐਗਰੈਸਿਵ ਹੋ ਜਾਂਦੀ। ਨਹੀਂ, ਜੇ ਮੈਂ ਇਸ ਤੁਹਾਡੇ ਰਿਲੇਟਡ ਹੀ ਜੇ ਮਾਈਂਡ ਆਪਣਾ ਨੀਂਦ ਨਹੀਂ ਲਊਗਾ, ਉਹ ਫਿਰ ਨੈਗੇਟਿਵ ਐ ਆਪਾਂ ਨੂੰ ਐ ਗੱਲਾਂ ਜਿਹੜੀਆਂ ਹੁੰਦੀਆਂ ਨਹੀਂ ਆਪਾਂ ਨੂੰ ਉਹ ਲੱਗ ਜਾਂਦਾ ਵੀ ਇਹ ਹੋ ਗਈਆਂ। ਹਾਂ, ਨੀਂਦ ਨਾ ਆਉਣਾ ਇੱਕ ਕਾਰਨ ਹੈ ਇਹਦਾ। ਜੀ। ਇਹਦੇ ਵਿੱਚ ਭੁੱਖ ਵੀ ਘਟਦੀ ਵੱਧਦੀ ਹੈ, ਨੀਂਦ ਵੀ ਘਟਦੀ ਹੈ ਜੀ। ਤਾਂ ਨੀਂਦ ਦਾ ਘਟਣਾ ਇੱਕ ਕਾਰਨ ਹੈ ਜ਼ਿਆਦਾ ਡਿਪਰੈਸ਼ਨ ਦਾ ਵਧਣ ਦਾ। ਇਹ ਅੱਜ ਕੱਲ ਕਾਫੀ ਜ਼ਿਆਦਾ ਇਹ ਪਾਇਆ ਜਾਂਦਾ, ਇਹ ਤਾਂ ਆਪਾਂ ਇਸ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਡਾਕਟਰ ਸਾਹਿਬ। ਇਹਦਾ ਹੁਣ ਇਹ ਤੋਂ ਬਚਿਆ ਕਿਵੇਂ ਜਾ ਸਕਦਾ, ਤੇ ਤੁਹਾਡੇ ਕੋਲ ਇਸ ਦਾ ਟ੍ਰੀਟਮੈਂਟ ਹੈ ਕੋਈ? ਇੱਕ ਮਿੰਟ, ਤਾਂ ਫਿਰ ਉਹ ਲੇਡੀ ਨੂੰ ਮੈਂ ਉਹ ਗੱਲ ਪੂਰੀ ਉਹ ਗੱਲ, ਹਾਂ ਸੱਚ ਗੱਲ ਆਪਣੀ। ਉਹ ਲੇਡੀ ਨੂੰ ਖੜੇ ਹੀ ਖੜੇ ਇੱਕ ਦਵਾਈ ਉਹਦੇ ਮੂੰਹ 'ਚ ਪਾਤੀ, ਲਿਲੀਅਮ ਟਿਗ ਹੈ ਇੱਕ ਦਵਾਈ। ਓਕੇ ਜੀ, ਓਕੇ। ਉਹ ਵਿਦਨ ਏ ਮਿੰਟ ਜਾਂ 1.5 ਮਿੰਟ ਬਾਹਰ ਜਾ ਕੇ ਬੈਠ ਗਈ ਹੇਠਾਂ ਧਰਤੀ ਤੇ। ਮਿਸਿਸ ਬੈਠੇ ਸੀ ਇੱਥੇ ਕੁਰਸੀ ਤੇ ਜਿੱਥੇ ਆਪਾਂ ਬੈਠੇ। ਜੀ ਜੀ। ਉਹਨਾਂ ਨੇ ਕਿਹਾ ਵੀ ਉੱਪਰ ਆ ਜਾ, ਕਹਿੰਦੀ ਨਹੀਂ ਨਹੀਂ ਬੇਬੇ, ਉਹਨਾਂ ਦੀ ਲੈਂਗੁਏਜ 'ਚ ਮੈਂ ਦੱਸ ਰਿਹਾ, ਨਹੀਂ ਬੇਬੇ ਮੈਂ ਤਾਂ ਬੈਠੇ ਨਹੀਂ ਸੀ ਸਕਦੀ, ਬਾਬਾ ਜੀ ਨੇ ਪਤਾ ਨਹੀਂ ਕਿਆ ਦੇ ਦਿੱਤਾ, ਮੈਂ ਹੋਰ ਪਵਾ ਕੇ ਆਉਣੀ ਉਹਨਾਂ ਤੇ। ਫਿਰ ਅੰਦਰ ਚਲੇ ਗਏ। ਕਹਿੰਦੀ ਬਾਬਾ ਜੀ ਹੋਰ ਪਾ ਦਿਓ ਮੇਰੇ ਮੂੰਹ 'ਚ। ਮੈਂ ਕਿਹਾ ਕੋਈ ਨਹੀਂ ਬੇਟਾ, ਤੈਨੂੰ ਇਹ ਪਾ ਕੇ ਦੇਣੀ ਹੈ ਕੋਲ, ਤੇਰਾ ਇਲਾਜ ਹੋ ਜਾਣਾ, ਤੇਰੇ ਸਿੰਪਟਮ ਮਿਲ ਗਏ ਸਾਨੂੰ। ਕਿਉਂਕਿ ਲਿਲੀਅਮ ਟਿਗ 'ਚ ਹੁੰਦਾ ਵੀ ਨਾ ਬੰਦਾ ਖੜਦਾ ਨਾ ਬੈਠਦਾ, ਐਂ ਤੁਰੀ ਜਾਂਦਾ। ਹੋਰ ਵੀ ਬਹੁਤ ਸਾਰੀਆਂ ਮੈਡੀਸਨ ਇਹਦੇ ਤਾਂ ਮੇਰੇ ਖਿਆਲ 20-50 ਮੈਡੀਸਨ ਨੇ, ਠੀਕ ਹੋ ਜਾਂਦਾ। ਤਾਂ ਮੁੱਕਦੀ ਗੱਲ, ਉਹ 4 ਕੁ ਵਾਰ ਆਏ ਦਵਾਈ ਨੂੰ ਸਾਡੇ ਕੋਲ ਨਾਲਾਗੜ੍ਹ ਤੋਂ। ਜੀ ਜੀ। ਔਰ ਹੁਣ ਉਹ ਬਿਲਕੁਲ ਹੱਸਦਾ ਵਸਦੀ ਫੈਮਿਲੀ ਹੈ, ਕੋਈ ਕੰਪਲੇਂਟ ਨਹੀਂ। ਫੋਨ ਆਉਂਦਾ ਹੁੰਦਾ ਕਦੇ ਕਦੇ, ਉਹਨਾਂ ਨੇ ਕਿੰਨੇ ਹੀ ਹੋਰ ਲੋਕਾਂ ਨੂੰ ਵੀ ਦੱਸੀ। 5 ਸਾਲ ਤੋਂ ਮਤਲਬ ਉਹ ਤਕਲੀਫ 'ਚ ਸੀਗੇ, ਤੇ ਤੁਹਾਡੇ ਕੋਲ ਕਿੰਨਾ ਟਾਈਮ ਟ੍ਰੀਟਮੈਂਟ ਚੱਲਿਆ ਉਹਨਾਂ ਦਾ? 1.5 ਮਹੀਨਾ। 1.5 ਮਹੀਨੇ 'ਚ ਪੂਰਾ ਤੰਦਰੁਸਤ, ਕੰਪਲੀਟਲੀ ਰਿਕਵਰ ਹੋ ਗਈ ਉਹ। ਇੱਕ ਨਹੀਂ ਹੈ, ਐਸੇ ਤਾਂ ਹੋਰ ਵੀ ਹੈ, 100s ਵਿੱਚ ਹੈ। ਜਿਵੇਂ ਅਸੀਂ ਜਦ ਪੈਰਾਲਾਈਸਿਸ ਦਾ ਇਲਾਜ ਕਰਦੇ ਹਾਂ, ਉਹ ਤਾਂ 1000s ਵਿੱਚ ਪਹੁੰਚ ਗਿਆ। ਜੀ ਜੀ। ਪਰ ਡਿਪਰੈਸ਼ਨ ਪੈਰਾਲਾਈਸਿਸ ਦਾ ਤੁਹਾਡੇ ਕੋਲ ਪੱਕਾ, ਉਹ ਤਾਂ ਮੈਂ ਤੁਹਾਡੀਆਂ ਵੀਡੀਓ ਦੇਖੀਆਂ, ਪੈਰਾਲਾਈਸਿਸ ਦਾ ਤੁਹਾਡੇ ਕੋਲ ਬਹੁਤ ਲੋਕ ਆਉਂਦੇ ਆ। ਇਹ ਆਪਾਂ ਨੂੰ ਇਹਦੇ ਬਾਰੇ, ਡਿਪਰੈਸ਼ਨ ਦਾ ਇਲਾਜ ਬਾਰੇ ਕੁਝ ਦੱਸੋਗੇ, ਜਾਂ ਘਰੇਲੂ ਆਪਾਂ ਕਿਸ ਤਰ੍ਹਾਂ ਵੀ ਇਸ ਤੋਂ ਬਚਿਆ ਜਾ ਸਕਦਾ? ਕਿਉਂਕਿ ਅੱਜ ਕੱਲ੍ਹ ਜੋ ਕੰਮਕਾਰ ਵੀ ਆ, ਚਾਹੇ ਕੁਝ ਵੀ ਘਰੇਲੂ ਵੀ ਲਾ ਲਓ, ਹਰ ਕੋਈ ਮਾਨਸਿਕ ਪਰੇਸ਼ਾਨ ਆ। ਇਸ ਤੋਂ ਕਿਵੇਂ ਬਚਿਆ ਜਾ ਸਕਦਾ, ਜਾਂ ਇਸ ਦਾ ਕੋਈ ਇਲਾਜ ਕਿਵੇਂ ਇਲਾਜ ਕੀਤਾ ਜਾ ਸਕਦਾ? ਗਿੱਲ ਸਾਹਿਬ, ਇਹ ਰੋਗ ਦੇ 2-3 ਜਿਹੜੇ ਕਾਰਨ ਹੈ, ਇੱਕ এনवायरमेंटਲ ਹੈ, ਇੱਕ ਹੈਰੀਡਿਟਰੀ ਹੈ। ਹੈਰੀਡਿਟਰੀ ਵਾਲੇ ਨੂੰ ਤਾਂ ਬਹੁਤਾ ਫਰਕ ਨਹੀਂ ਆਪਾਂ ਪਾ ਸਕਦੇ ਜੀ। ਉਂਝ ਇਹਨਾਂ ਦਾ ਇੱਕ ਮੈਡੀਸਨਲ ਇਲਾਜ ਹੈ, ਇੱਕ ਕਾਉਂਸਲਿੰਗ ਇਹਨਾਂ ਦਾ ਇਲਾਜ ਹੈ। ਜਿਹੜੇ ਡਿਪਰੈਸ਼ਨ ਵਾਲੇ ਪੇਸ਼ੈਂਟ ਹੈ, ਉਹਨਾਂ ਨੂੰ ਅਗਰ ਕਾਉਂਸਲਿੰਗ ਕਰੀ ਜਾਵੇ, ਉਹਦਾ ਬਹੁਤ ਪ੍ਰਭਾਵ ਪੈਂਦਾ ਹੈ। ਇਹ ਤਾਂ ਹੀ ਜਿਹੜੇ ਬਾਬੇ ਹੈ, ਜਿਹਨੂੰ ਸੋ ਕਾਲਡ ਆਪਾਂ ਸਿਆਣੇ ਕਹਿ ਦਿੰਦੇ ਕਈ ਵਾਰ, ਉਹਨਾਂ ਦੇ ਕੋਲ ਮਨੋਵਿਗਿਆਨਕ ਤੌਰ 'ਤੇ ਇਹ ਲੋਕ ਕਾਫੀ ਠੀਕ ਹੋ ਜਾਂਦੇ ਜਾ ਕੇ। ਇਹ ਕਾਰਨ ਹੈ ਇੱਕ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਦੱਸਿਆ ਗਿਆ ਹੁੰਦਾ ਵੀ ਬਹੁਤ ਬੜਾ ਬਾਬਾ, ਉਹ ਤਾਂ ਠੀਕ ਕਰੇ ਦਿੰਦਾ। ਉਹ ਸਾਈਕੋਲੋਜੀਕਲ ਇਫੈਕਟ ਪੈਂਦਾ ਉਹਨਾਂ ਪਰ, ਕਿਉਂਕਿ ਮਨੋ ਰੋਗ ਹੈ, ਇਹ ਮਨ ਦੇ ਹੀ ਰੋਗ ਹੈ, ਸਰੀਰ ਦਾ ਤਾਂ ਬਹੁਤਾ ਹੈ ਨਹੀਂ ਤਾਲਕ। ਇਸ ਕਰਕੇ ਇਹਨਾਂ ਰੋਗਾਂ ਦਾ ਇਲਾਜ ਕਾਉਂਸਲਿੰਗ ਨਾਲ ਹੁੰਦਾ ਹੈ। ਕਾਉਂਸਲਿੰਗ ਭਾਵੇਂ ਡਾਕਟਰ ਵੱਲੋਂ ਹੋਵੇ, ਬਾਬੇ ਵੱਲੋਂ ਹੋਵੇ, ਕਿਸੇ ਵੱਲੋਂ ਵੀ ਹੋਵੇ, ਉਹਦਾ ਇਲਾਜ ਹੋ ਜਾਂਦਾ ਹੈ। ਤੋ ਜਿਹੜਾ ਮੈਡੀਸਨ ਦਾ ਇਲਾਜ ਹੈ, ਮੈਡੀਸਨ ਦਾ ਪੱਕਾ ਇਲਾਜ ਇਹਨਾਂ 2 ਸਿਸਟਮਾਂ 'ਚ ਹੈਗਾ, ਹੋਮੋਪੈਥਿਕ ਐਜ਼ ਵੈਲ ਐਜ਼ ਆਯੁਰਵੈਦਿਕ। ਅੰਗਰੇਜ਼ੀ ਦਵਾਈ 'ਚ ਬਹੁਤਾ ਇਲਾਜ ਹੈ ਨਹੀਂ, ਉਹ ਤਾਂ ਸਿਵਾਏ ਨੀਂਦ ਤੋਂ ਗੋਲੀ, ਹੋਰ ਉਹਨਾਂ ਕੋਲ ਕੁਛ ਇਲਾਜ ਹੈ ਨਹੀਂ। ਅਸੀਂ ਉਹਦੇ ਬਾਰੇ ਵੀ ਜਾਣਦੇ, ਪੜ੍ਹਿਆ ਹੈ, ਪਰ ਉਹ ਇਹਨੂੰ ਨਹੀਂ ਜਾਣਦੇ ਸਿਸਟਮ ਨੂੰ। ਕਿਸੇ ਹਸਪੀਟਲ ਤੁਸੀਂ ਚਲੇ ਜਾਓ, ਉਹੀ ਐਂਗਜ਼ਾਇਟੀ ਦੀ ਦਵਾਈ ਦੇ ਦੇਣਗੇ ਕੋਈ, ਜਾਂ ਕੋਈ ਸਲੀਪਿੰਗ ਗੋਲੀ ਹੋਊਗੀ। ਉਸ ਤੋਂ ਬਾਅਦ ਕੋਈ ਪੱਕਾ ਇਲਾਜ ਇਹਦਾ ਨਹੀਂ ਬਣਦਾ ਉਹਨਾਂ ਕੋਲ। ਇੱਧਰ ਜ਼ਰੂਰ ਹੋ ਜਾਂਦਾ, ਸਿੰਪਟਮ ਚਾਹੀਦੇ, ਸਿੰਪਟਮ ਜੇ ਮਿਲ ਗਏ ਸਹੀ। ਜਿਵੇਂ ਹੁਣ ਇੱਕ ਸੀਪੀਆ ਦਵਾਈ ਹੈ ਸਾਡੇ ਕੋਲ, ਉਹ ਸੀਪੀਆ ਦਾ ਪੇਸ਼ੈਂਟ ਕਿਆ ਕਰਦਾ, ਜਿਹੜੇ ਉਹਦੇ ਨੀਅਰੈਸਟ ਹੁੰਦੇ, ਬੱਚੇ ਵੀ, ਹਸਬੈਂਡ ਵੀ, ਹੋਰ ਉਹਦੇ ਕੋਈ ਮਦਰ ਫਾਦਰ ਹੋ ਸਕਦੇ, ਉਹਨਾਂ ਦੇ ਪ੍ਰਤੀ ਉਹਨੂੰ ਬਿਲਕੁਲ ਉਦਾਸੀਨਤਾ ਹੋ ਜਾਂਦੀ ਹੈ। ਉਹ ਉਹਨਾਂ ਨੂੰ ਚੰਗਾ ਨਹੀਂ ਸਮਝਦਾ, ਜਿਹਨੂੰ ਹਰ ਵਕਤ ਕੋਲ ਰਹਿੰਦਾ ਹੁੰਦਾ। ਉਹ ਸੀਪੀਆ ਦਾ ਸਿੰਪਟਮ ਹੈ, ਉਹਦੇ ਨਾਲ ਠੀਕ ਹੋ ਜਾਂਦਾ। ਇੱਕ ਲੇਡੀ ਅਸੀਂ ਉਹਦੇ ਨਾਲ ਵੀ ਕਰੀ ਸੀ ਠੀਕ। ਸੋ ਇਹਦੇ ਵਿੱਚ ਤਾਂ ਕੋਈ ਇੱਕ ਪੱਕੀ ਦਵਾਈ ਤਾਂ ਨਹੀਂ ਹੈ ਇਸ ਤਰ੍ਹਾਂ ਇਹ ਸਿਸਟਮਾਂ 'ਚ। ਤੇ ਕੰਡੀਸ਼ਨ ਹੈ ਨਾ, ਪੇਸ਼ੈਂਟ ਦੀ ਕੰਡੀਸ਼ਨ ਦੇਖ ਕੇ ਸਿੰਪਟਮ ਜੇ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਹੋਵੇ, ਤਾਂ ਤੁਹਾਡਾ ਜੇ ਸਾਡੇ ਤੋਂ ਤੁਹਾਡੇ ਬਾਰੇ ਕੋਈ ਕੰਟੈਕਟ ਮੰਗੇ, ਤਾਂ ਅਸੀਂ ਵੈਸੇ ਤਾਂ ਤੁਹਾਨੂੰ ਸਾਰੇ ਜਾਣਦੇ ਹੀ ਆ ਲਗਭਗ। ਜੇ ਸਾਥੋਂ ਕੋਈ ਕੰਟੈਕਟ ਮੰਗੇ, ਤਾਂ ਅਸੀਂ ਤੁਹਾਡੇ ਕੋਲ ਮਤਲਬ ਤੁਹਾਡਾ ਰੈਫਰੈਂਸ ਦੇ ਦਈਏ? ਦੇ ਦਿਓ, ਮੈਨੂੰ ਕੀ ਇਤਰਾਜ਼ ਹੈ ਜੇ ਕਿਸੇ ਦਾ ਭਲਾ ਹੋ ਜਾਏ। ਮਤਲਬ ਤੁਸੀਂ ਇਸ ਚੀਜ਼ ਦਾ, ਡਿਪਰੈਸ਼ਨ ਦਾ ਇਲਾਜ ਤੁਹਾਡੇ ਕੋਲ ਹੈਗਾ, ਇਸ ਚੀਜ਼ ਛੋਟੀ ਹੈ? ਬਿਲਕੁਲ ਹੈਗਾ ਜੀ। ਦੇਖੋ ਹੁਣ ਇਹਦੇ 'ਚ ਇਹ ਨਾ ਸਮਝੋ ਵੀ 100% ਮੈਂ ਕਹਿ ਰਿਹਾ ਗੱਲ ਨੂੰ। ਪੇਸ਼ੈਂਟਾਂ ਦਾ ਇਲਾਜ ਪੱਕਾ ਹੈਗਾ। ਹੁਣ ਕੋਈ 1, 2, 4 ਰਹਿ ਵੀ ਸਕਦੇ 100 ਚੋਂ, ਬਾਕੀ ਠੀਕ ਹੋ ਜਾਂਦੇ 95%। ਆਪਾਂ ਰੱਬ ਤਾਂ ਕੋਈ ਵੀ ਨਹੀਂ ਗਾ ਜੀ, ਆਪਾਂ ਹਾਂ ਟਰਾਈ ਕਰ ਸਕਦੇ ਹਾਂ ਜੀ ਆਪਾਂ। ਉਹ ਕਈ ਸਿੰਪਟਮ ਦੱਸਣ 'ਚ ਕੁਤਾਹੀ ਕਰਦੇ ਆ, ਕਈ ਬਹੁਤ ਦੇਰ ਹੋ ਚੁੱਕੀ ਹੁੰਦੀ 40-50 ਸਾਲ ਤੋਂ, ਜਾਂ ਕਈਆਂ ਦਾ ਹੈਰੀਡਿਟਰੀ ਹੁੰਦਾ, ਉੱਥੇ ਘੱਟ ਫਾਇਦਾ ਹੁੰਦਾ ਸਭ ਨੂੰ ਹੈ। ਤੋ ਜਿਹੜਾ ਇਹਦਾ ਇਲਾਜ ਹੈ, ਉਹ ਇਸ ਸਿਸਟਮ 'ਚ ਬਹੁਤ ਬੈਸਟ ਇਲਾਜ ਹੈ, ਪ੍ਰੋਵਾਈਡਡ
ਫਿਜ਼ੀਸ਼ੀਅਨ ਵੀ IQ ਤੇਜ਼ ਹੋਵੇ ਤੇ ਜਿਹੜਾ ਪੇਸ਼ੈਂਟ ਹੈ ਉਹਦਾ ਵੀ IQ ਤੇਜ਼ ਹੋਵੇ, ਜੀ ਜੀ ਸਹੀ ਦੱਸ ਦੇਵੇ। ਜੇ ਇੱਕ ਵੀ ਸਿੰਪਟਮ ਇੱਧਰ ਉੱਧਰ ਕਰ ਦਿੱਤਾ ਇਲਾਜ ਨਹੀਂ ਹੁੰਦਾ, ਇਲਾਜ ਫਿਰ ਨਹੀਂ ਹੋਣਾ ਜੀ। ਸਹੀ ਸਿੰਪਟਮ ਦੱਸ ਦੇਵੇ। ਇਸੇ ਕਰਕੇ ਸਾਨੂੰ ਪੇਸ਼ੈਂਟ ਨੂੰ ਬਾਰ-ਬਾਰ ਘੁਮਾ ਕੇ ਜੀ, ਜੀ। ਉਹਦੇ ਕੋਲੋਂ ਗੱਲ ਪੁੱਛਣੀ ਪੈਂਦੀ ਹੈ, ਜੀ ਜੀ ਕਿਉਂਕਿ ਪੇਸ਼ੈਂਟ ਵਾਸਤੇ ਉਹ ਕੋਈ ਬਹੁਤਾ ਮੈਟਰ ਨਹੀਂ ਕਰਦੀ, ਸਾਡੇ ਵਾਸਤੇ ਬਹੁਤ ਕਰਦੀ ਤੁਹਾਡਾ ਹੈ। ਟ੍ਰੀਟਮੈਂਟ ਹੀ ਤੁਹਾਡਾ ਮਤਲਬ ਤੁਸੀਂ ਕੋਈ ਟੈਸਟ ਨਹੀਂ ਕਰਾਉਂਦੇ, ਕੋਈ ਤੁਸੀਂ ਬਸ ਉਹਦੀਆਂ ਗੱਲਾਂ ਦਾਸ ਰਾਤ ਤੱਕ ਕਦੇ ਵੀ ਪੈਰਾਲਾਈਸਿਸ ਦਾ ਵੀ ਕੋਈ MRI ਜਾਂ CT ਸਕੈਨ ਕੁਛ ਨਹੀਂ, ਕਦੇ ਵੀ ਨਹੀਂ ਕਰਵਾਉਂਦਾ। ਲੋਕ ਚੱਕੀ ਫਿਰਦੇ ਐਡੇ ਐਡੇ ਥੈਲੇ ਭਰੇ ਹੋਏ, ਪਰ ਉਹਨਾਂ ਕੋਲ ਇਲਾਜ ਕੋਈ ਨਹੀਂ, ਇੱਧਰ ਨੂੰ ਤੋਰ ਰੱਖਦੇ ਪੇਸ਼ੈਂਟਾਂ ਨੂੰ। ਉਹਨਾਂ ਦੀ ਆਪਣੀ ਮਜਬੂਰੀ ਹੈ, ਜੋ ਸਿਸਟਮ 'ਚ ਉਹੀ ਵਰਤਣ ਅਗਲੇ ਨੇ। ਸਾਡੇ ਕੋਲ ਇਹਦਾ ਪੱਕਾ ਇਲਾਜ ਹੈਗਾ। ਕੋਈ ਵੀ ਕਰੋਨਿਕ ਡਿਜ਼ੀਜ਼ ਹੋਵੇ, ਚਾਹੇ ਬਵਾਸੀਰ ਹੋਵੇ, ਜੀ ਜੀ ਹੈਡਕ ਵੀ ਹੋਵੇ ਪੁਰਾਣੀ 20-30 ਸਾਲ ਦੀ, ਜੀ ਜੀ ਇਹ ਸਿਸਟਮ 'ਚ ਇਲਾਜ ਹੋ ਜਾਂਦਾ ਹੈ। ਸਿਸਟਮ ਇਹ ਬਿਲਕੁਲ ਰੱਬੀ ਹੈ, ਸਪਿਰਚੁਅਲ ਸਿਸਟਮ ਹੈ। ਇਹ 'ਚ ਕੋਈ ਮਟੀਰੀਅਲ ਦਵਾਈ ਨਹੀਂ ਹੈ, ਜੀ ਜੀ ਪਰ ਇਹ ਕਮਾਲ ਹੈ, ਕਮਾਲ ਕਹਿ ਸਕਦੇ ਹਾਂ। ਬਸ ਜਿੱਕਣ ਕਹਿੰਦੇ ਨਾ ਵੀ ਬਿਸਮਾਦ ਹੈ। ਜਦ ਇਹੋ ਜਿਹੇ ਪੇਸ਼ੈਂਟ ਠੀਕ ਹੁੰਦੇ ਆ ਤਾਂ ਪੇਸ਼ੈਂਟ ਨੇ ਤਾਂ ਫਿਰ ਹੋਣਾ ਹੀ ਸੰਤੁਸ਼ਟੀ ਹੈ। ਮਿਲਦੀ ਹੈ ਨਾ ਜੀ। ਹਾਂ, ਆਪਾਂ ਨੂੰ ਬਹੁਤ ਕੋਈ 5 ਸਾਲ ਤੋਂ ਜੇ ਕੋਈ ਹੋਇਆ, ਮੰਨ ਲਓ ਜੇ ਆਪਾਂ ਉਹਦਾ ਕੋਈ ਭਲਾ ਕਰ ਦਈਏ ਤਾਂ ਬਿਲਕੁਲ ਸੰਤੁਸ਼ਟੀ ਮਿਲਦੀ ਹੈ। ਕਿਤੇ ਉਹ ਬਿਲਕੁਲ ਮਿਲਦੀ ਹੈ। ਡੇਰਿਆਂ ਤੇ ਜਾ ਰਹੇ ਸੀਗੇ। ਨਹੀਂ, ਚਲੋ ਸੰਤੁਸ਼ਟੀ ਇਨ ਦਾ ਸੈਂਸ ਦੇਖੋ, ਇਹ ਸਾਡਾ ਰੁਜ਼ਗਾਰ ਹੈ, ਜੀ ਜੀ ਅਸੀਂ ਇਹਦੇ ਸਿਰ ਦੇ ਉੱਤੇ ਆਪਣਾ ਰੁਜ਼ਗਾਰ ਚਲਾਉਂਦੇ ਹਾਂ। ਜਿਹੜਾ ਹੈਗਾ ਗੁਰਬਾਣੀ ਦਾ ਸਿਲਸਿਲਾ ਜਾਂ ਨਾਮ ਦਾ, ਉਹ ਵੀ ਦਾਸਰਾ ਕਥਾ ਕਰਨ ਜਾਂਦਾ ਰਹਿੰਦਾ ਇੱਧਰ ਉੱਧਰ, ਨੈੱਟ ਪਰ ਪਈ ਹੈ ਸਾਰੀ। ਉਹ ਫ੍ਰੀ ਆਫ ਕਾਸਟ ਰੱਖੀ, ਉਹਦਾ ਨਹੀਂ ਕੋਈ ਪੈਸਾ ਲਈਦਾ। ਨਹੀਂ, ਇੱਕ ਗੱਲ ਦੱਸਿਓ, ਗੁਰਬਾਣੀ 'ਚ ਜੇ ਕੋਈ ਮੰਨ ਲਓ ਕੋਈ ਡਿਪਰੈਸ਼ਨ 'ਚ ਜਾ ਰਿਹਾ, ਗੁਰਬਾਣੀ 'ਚ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਜਿਹਦੇ ਨਾਲ ਮਨ ਸ਼ਾਂਤ ਕੀਤਾ ਜਾ ਸਕਦਾ ਹੋਵੇ? ਕਿਉਂਕਿ ਗੁਰਬਾਣੀ 'ਚ ਮੈਂ ਸੁਣਿਆ ਕਿ ਹਰ ਚੀਜ਼ ਦਾ ਹੱਲ ਆ, ਬਾਣੀ 'ਚ ਹਰ ਚੀਜ਼ ਦਾ ਹੱਲ ਆ। ਗੁਰਬਾਣੀ ਦੀ ਤੁਸੀਂ ਫਰਮਾਈ ਹੈ ਜੀ। ਕਹੀ ਹੈ, ਗੁਰਬਾਣੀ ਤਾਂ ਸਭ ਰੋਗਾਂ ਦਾ ਦਾਰੂ ਹੈ। ਜੀ 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 ਜਿਹੜੇ ਦਵਾਈ ਨਾਲ ਵੀ ਨਹੀਂ ਠੀਕ ਹੁੰਦੇ, ਉਹ ਗੁਰਬਾਣੀ ਦੇ ਨਾਲ ਜੁੜ ਕੇ, ਨਾਮ ਦੇ ਨਾਲ ਜੁੜ ਕੇ ਠੀਕ ਹੋ ਜਾਂਦੇ। ਉਹ ਦੇਖਿਆ ਅਸੀਂ ਵੀ ਆਪਣੀ ਜ਼ਿੰਦਗੀ 'ਚ। ਪਰ ਸਹੀ ਰਾਹ ਕੌਣ ਪਾਵੇ ਜੀ? ਕੋਈ ਜਿਵੇਂ ਡਿਪਰੈਸ਼ਨ ਵਾਲਿਆਂ ਲਈ, ਕੋਈ ਮਾਨਸਿਕ ਜਿਹਨੂੰ ਸ਼ਾਂਤੀ ਲਈ, ਉਹ ਵੈਸੇ ਤਾਂ ਬਾਣੀ ਕੋਈ ਵੀ ਪੜ੍ਹ ਲਓ ਜੀ, ਉਹਨੇ ਸ਼ਾਂਤੀ ਦੇਣੀ ਹੈ ਮਨ ਨੂੰ। ਡਿਪਰੈਸ਼ਨ ਵਾਲਿਆਂ ਲਈ ਕੋਈ ਇਹੋ ਜਿਹਾ ਕੋਈ? ਨਹੀਂ, ਗਿੱਲ ਸਾਹਿਬ ਗੱਲ ਇੱਦਾਂ ਹੈ। ਜੀ ਜੀ ਪਹਿਲੀ ਗੱਲ ਤਾਂ ਇਹ ਸਾਰਾ ਕੁਝ ਅਲਟੀਮੇਟਲੀ ਇਟ ਇਜ਼ ਕੰਟਰੋਲਡ ਬਾਈ ਗੋਡ। ਜੀ ਜੀ ਗੁਰਬਾਣੀ ਨੂੰ ਅਗਰ ਕੋਈ ਮੰਨਦਾ ਹੈ, ਇਹ ਬੰਦੇ ਦੇ ਹੱਥ ਦੀ ਤਾਂ ਗੱਲ ਨਹੀਂ ਹੈ। ਜਿਹਨੂੰ ਉਹਨੇ ਠੀਕ ਕਰਨਾ, ਉਹਨੂੰ ਕਿਸੇ ਭਗਤ ਨਾਲ, ਕਿਸੇ ਗੁਰੂ ਨਾਲ, ਕਿਸੇ ਚੰਗੀ ਪਰਸਨੈਲਿਟੀ ਨਾਲ ਜੋੜ ਦੇਣਾ, ਜਿਹੜਾ ਨਿਪੁੰਨ ਹੁੰਦਾ ਇਹਨਾਂ ਗੱਲਾਂ 'ਚ। ਜੀ ਜੀ ਜਿਹਨੂੰ ਨਹੀਂ ਠੀਕ ਕਰਨਾ, ਉਹ ਸਾਰੀ ਉਮਰ ਉਹਨੂੰ ਧੱਕੇ ਵੀ ਖਿਲਾਉਣੇ। ਇਹ ਕਰਮ ਚੱਕਰ ਵੀ ਹੁੰਦਾ ਬੰਦੇ ਦਾ, ਕਿਉਂਕਿ ਗੁਰਬਾਣੀ ਵਿੱਚ ਤਾਂ ਇਹ ਗੱਲ ਆਉਂਦੀ ਹੈ। ਜੀ ਜੀ ਫਿਰ ਗੁਰਬਾਣੀ ਸਰਬ ਰੋਗ ਕਾ ਔਖਦ ਨਾਮ। ਜੀ ਜੀ ਜਿਹੜੀ ਮੋਡੈਸਟੀ ਆ, ਆਪਣਾ ਨਿਮਰਤਾ ਹੈ, ਇਹ ਫਾਊਂਡੇਸ਼ਨ ਸਟੋਨ ਹੈ ਸਾਰੀਆਂ ਵਰਚੂਜ਼ ਦਾ। ਸਾਰੀਆਂ ਵਰਚੂਜ਼ ਜਿੰਨੇ ਵੀ ਗੁਣ ਹੈ, ਉਹ ਮੋਡੈਸਟੀ 'ਚ ਆ ਜਾਂਦੇ। ਠੀਕ ਹੈ, ਮੋਡੈਸਟੀ ਇਜ਼ ਦਾ ਫਾਊਂਡੇਸ਼ਨ ਸਟੋਨ ਆਫ ਆਲ ਵਰਚੂਜ਼, ਅੰਗਰੇਜ਼ੀ 'ਚ ਕਹਾਵਤ ਹੈ। ਜਿੰਨੀ ਨਿਮਰਤਾ ਆ ਗਈ ਕਿਸੇ 'ਚ, ਸਮਝ ਲਓ ਉਨਾ ਹੀ ਉੱਚਾ ਹੋ ਜਾਂਦਾ, ਉਨਾ ਹੀ ਉਹ ਸਹੀ ਹੋ ਜਾਂਦਾ, ਬੈਲੈਂਸਡ ਅਪਰੋਚ ਹੋ ਜਾਂਦੀ ਹੈ। ਤੋ ਗੁਰਬਾਣੀ ਪੜ੍ਹ ਕੇ ਸਾਨੂੰ, ਕੱਲੀ ਪੜ੍ਹ ਕੇ ਨਹੀਂ ਦੱਸਦਾ ਕਹਿੰਦਾ, ਪੜ੍ਹ ਕੇ, ਵਿਚਾਰ ਕੇ, ਫਿਰ ਬੁੱਝ ਕੇ ਫਿਰ ਆਨੰਦ ਆਉਂਦਾ। ਫਿਰ ਜਿਹੜੀ ਗੱਲ ਨੂੰ ਆਪਾਂ ਸਮਝਦੇ ਹੁੰਦੇ ਵੀ ਗੁਰਬਾਣੀ ਇਦਾਂ ਕਹਿੰਦੀ, ਉੱਦਾਂ ਤਾਂ ਕਹਿੰਦੀ ਉਹ ਨਹੀਂ ਹੁੰਦੀ, ਸਾਡਾ ਗਲਤ ਖਿਆਲ ਹੁੰਦਾ। ਹੁਣ ਦੇਖੋ ਆਹੀ ਬਾਤ ਹੈ, ਸਰਬ ਰੋਗ ਕਾ ਔਖਦ ਨਾਮ। ਅਸੀਂ ਸਮਝਦੇ ਹਾਂ ਵੀ ਰੱਬ ਦਾ ਨਾਮ ਜਪਣ ਲੱਗ ਜਾਂਦੇ, ਜਦ ਕੋਈ ਭੀੜ ਪੈਂਦੀ ਹੈ ਬਹੁਤ ਜਪਦੇ ਹਾਂ, ਪਾਠ ਵੀ ਕਰਦੇ ਹਾਂ, ਹਾਂ, ਲੇਕਿਨ ਉਹ ਨਹੀਂ ਕੁਝ ਵੀ ਹੁੰਦਾ ਔਕਣ, ਕਿਉਂਕਿ ਜੋ ਉਹਦਾ ਹੁਕਮ ਹੈ ਉਹ ਤਾਂ ਵਰਤਣਾ ਹੈ। ਜੇ ਕੋਈ ਬੱਚੇ ਖਾਤਰ ਆਪਾਂ ਅਰਦਾਸ ਕਰਦੇ ਹਾਂ, ਬਿਮਾਰ ਪਿਆ ਸਖਤ, ਅਗਰ ਉਹਦੀ ਮੌਤ ਹੋਣੀ ਹੈ ਉਹਦੇ ਹੁਕਮ ਵਿੱਚ, ਉਹਨੂੰ ਅਸੀਂ ਟਾਲ ਹੀ ਨਹੀਂ ਸਕਦੇ। ਉਹ ਸਾਡਾ ਇੱਕ ਖਿਆਲ ਹੁੰਦਾ ਵੀ ਅਸੀਂ ਇੱਕਣ ਕਰੀਏ ਤਾਂ ਇੱਕਣ ਹੋ ਜਾਊਗਾ, ਇੱਕਣ ਨਹੀਂ ਹੋਣਾ ਹੁੰਦਾ। ਹਾਂ, ਪਰ ਹੁਣ ਸਾਨੂੰ ਇਸ ਗੱਲ ਦਾ ਤਾਂ ਪਤਾ ਹੋਵੇ ਵੀ ਸਰਬ ਰੋਗ ਕਾ ਔਖਦ ਨਾਮ ਦਾ ਅਰਥ ਕੀ ਹੈ। ਜੇ ਉਹ ਸਮਝ ਆ ਗਈ, ਫਿਰ ਆਪਾਂ ਉੱਕਣ ਨਹੀਂ ਕਰਾਂਗੇ, ਫਿਰ ਉਹਦੇ ਹੁਕਮ ਵਿੱਚ ਆਵਾਂਗੇ। ਹੁਣ ਦੇਖੋ, ਸਾਰਿਆਂ ਰੋਗਾਂ ਦੀ ਦਾਰੂ ਨਾਮ ਹੈ, ਇਹ ਗੱਲ ਹੈ, ਇਹਦਾ ਮਤਲਬ ਇਹ ਹੈ। ਪਰ ਕਿਵੇਂ ਹੈ ਨਾਮ? ਨਾਮ ਕਿਹਨੂੰ ਕਹਿੰਦੀ ਹੈ ਗੁਰਬਾਣੀ? ਰੱਬ ਦਾ ਨਾਮ ਪਵਿੱਤਰ ਹੈ, ਪਰ ਰੱਬ ਦਾ ਨਾਮ ਨਹੀਂ ਹੈ ਜਿਹੜਾ ਗੁਰਬਾਣੀ 'ਚ ਨਾਮ ਬਾਰ-ਬਾਰ ਆਉਂਦਾ ਹੈ। ਹਾਂ, ਰੱਬ ਦਾ ਨਾਮ ਕਿਸੇ ਖਾਸ ਕੰਡੀਸ਼ਨ 'ਚ ਜਦ ਗੁਰੂ ਸਾਡੀ ਮੈਂ ਤੋੜਦਾ, ਹਉਮੈ ਈਗੋ ਨੂੰ ਬਾਹਰ ਕੱਢਦਾ ਹੈ, ਫਿਰ ਅੰਦਰ ਤੋਂ ਸਪੌਂਟੇਨੀਅਸਲੀ ਰੱਬ ਦਾ ਨਾਮ ਪ੍ਰਗਟ ਹੁੰਦਾ ਹੈ। ਉਹ ਕੋਈ ਵੀ ਹੋ ਸਕਦਾ ਹੈ, ਹਰ ਹਰ, ਰਾਮ, ਵਾਹਿਗੁਰੂ, ਅੱਲਾ, ਕੁਝ ਵੀ। ਉਹ ਜਿਹੜਾ ਅੰਦਰ ਤੋਂ ਉੱਠਦਾ ਸੋਮੇ ਦੀ ਤਰ੍ਹਾਂ ਫੁੱਟ ਕੇ, ਦੈਟ ਇਜ਼ ਕਾਲਡ ਨਾਮ। ਹੁਣ ਸਾਨੂੰ ਇਹ ਤਾਂ ਪਤਾ ਨਹੀਂ ਵੀ ਇਹ ਨਾਮ ਇਹ ਹੈ ਵੀ ਸਰਬ ਰੋਗ ਕਾ ਔਖਦ ਨਾਮ। ਅਸੀਂ ਫਿਰ ਰੱਬ ਦੇ ਨਾਮ ਨੂੰ ਫੇਰ ਧਿਆਉਂਦੇ, ਉੱਕਣੇ ਕਰਦੇ ਹਾਂ। ਉੱਕਣ ਦੀ ਗੱਲ ਨਹੀਂ ਬਣਦੀ ਹੈ। ਜੇ ਕੋਈ ਨਾਮ ਵਾਲਾ ਬੰਦਾ ਹੋਊਗਾ, ਉਹਦਾ ਇੱਕ ਸ਼ਬਦ ਵੀ ਪੂਰਾ ਹੋਊਗਾ। ਪਹਾੜ ਹਿੱਲ ਸਕਦਾ ਆਪਣੀ ਜਗ੍ਹਾ ਤੋਂ, ਲੇਕਿਨ ਨਾਮੀ ਬੰਦੇ ਦਾ ਜਿਹੜਾ ਨਾਮ ਜਪਦਾ, ਉਹਦੀ ਗੱਲ ਕਹੀ ਹੋਈ ਕਦੇ ਰੱਬ ਟਾਲਦਾ ਨਹੀਂ। ਹਾਂ, ਅਟਲ ਹੁੰਨੇ, ਉਹ ਕਦੇ ਵੀ ਬਿਰਥਾ ਨਹੀਂ ਜਾਂਦਾ। ਜਿਹੜਾ ਕਹਿ ਦਿੱਤਾ, ਬੋਲਿਆ ਸਾਧੂ ਕਾ ਬਿਰਥਾ ਨਾ ਜਾਏ, ਸਾਧੂ ਬੋਲੇ ਸਹਿ ਸਬੋਏ।
ਤੋ ਜੇ ਸਾਧੂ ਨੇ ਕਹਿ ਦਿੱਤੀ ਕੋਈ ਗੱਲ, ਉਹ ਪੂਰੀ ਰੱਬ ਨੂੰ ਕਰਨੀ ਪੈਂਦੀ ਹੈ। ਕਿਉਂਕਿ ਇੱਥੇ ਤੱਕ ਵੀ ਗੁਰਬਾਣੀ 'ਚ ਜ਼ਿਕਰ ਹੈ, ਬਾਣੀ 'ਚ ਫਰਮਾਉਂਦੀ ਹੈ ਵੀ ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੁੱਟੇ ਮੋਏ, ਜੋ ਮੋਹ ਕੋ ਏਕ ਸਮੇਂ ਗਹਿ ਬੰਦ ਹੈ ਤਾਂ ਫਿਰ ਮੋਹ ਪੈ ਜਵਾਬ ਨਾ ਹੋਏ। ਇਹ ਰੱਬ ਕਹਿ ਰਿਹਾ ਬੰਦੇ ਨੂੰ, ਭਗਤ ਨੂੰ, ਬਈ ਮੇਰੀ ਕਰੀ ਨੂੰ ਤਾਂ ਤੁਸੀਂ ਆ ਜਾਂਦੇ ਜਾਲ ਤੋੜ ਕੇ ਹਉਮੈ ਵਾਲਾ ਮੇਰੇ ਕੋਲ, ਚਾਹੇ ਗੁਰੂ ਦੇ ਰਾਹੀਂ ਆਉਂਦੇ ਪਰ ਆਉਂਦੇ ਆ, ਪਰ ਜੇ ਭਗਤ ਮੈਨੂੰ ਕੋਈ ਗੱਲ ਸਵਾਲ ਪਾ ਦੇਵੇ ਮੈਂ ਨਹੀਂ ਫਿਰ ਉਹਨੂੰ ਜਵਾਬ ਦੇ ਸਕਦਾ, ਮੈਨੂੰ ਆਈ ਮਸਟ ਡੂ ਇਟ। ਇਸੇ ਕਰਕੇ ਬਾਬਾ ਨਾਮਦੇਵ ਜੀ ਖਾਤਰ ਗਾਏਂ ਜਿਉਂਦੀ ਕਰਨ ਆ ਗਏ, ਗਰੜ ਦੇ ਰੂਪ 'ਚ ਚੜ੍ਹ ਕੇ, ਗਰੜ ਪਰ ਬੈਠ ਕੇ। ਕਬੀਰ ਜੀ ਖਾਤਰ ਬੇੜੀਆਂ ਤੋੜ ਦਿੱਤੀਆਂ ਗੰਗਾ ਦੇ ਵਿੱਚ, ਹਾਲਾਂਕਿ ਪਾਣੀ ਨਾਲ ਲੋਹੇ ਦੀਆਂ ਬੇੜੀਆਂ ਕਿਵੇਂ ਟੁੱਟ ਸਕਦੀਆਂ, ਪਰ ਇਹਨਾਂ ਪਰ ਕਿੰਤੂ ਪਰੰਤੂ ਨਹੀਂ, ਇਹ ਸੱਚੀਆਂ ਗੱਲਾਂ ਨੇ। ਕਿਉਂਕਿ ਜਦੋਂ ਆਪਾਂ ਮੰਨਦੇ ਹਾਂ ਗੁਰਬਾਣੀ ਦੇ ਅਸੂਲ ਨੂੰ ਵੀ ਹਰਨ ਭਰਨ ਜਾਂ ਕਰ ਨੇਤਰ ਫੋਰ, ਇੱਕ ਅੱਖ ਦੇ ਝਮੱਕੇ 'ਚ ਦੁਨੀਆ ਨੂੰ ਮਿਟਾ ਦੇਵੇ ਬਣਾ ਦੇਵੇ, ਔਰ ਕਈ ਵਾਰ ਹੋ ਲਿਆ ਇਹ ਕੰਮ ਬਹੁਤ ਵਾਰੀ। ਤਾਂ ਫਿਰ ਗਾਏਂ ਜਿਉਂਦੀ ਕਰਨੀ ਦਾ ਕਰੋਨਾ ਟਾਈਮ ਸਾਰਿਆਂ ਨੂੰ ਰੱਬ ਯਾਦ ਆ ਗਿਆ ਸੀ, ਕਹਿ ਰਹੇ ਕੁਦਰਤ ਨਾਲ ਖੇਡਾਂ ਨਹੀਂ। ਅਮਰੀਕਾ ਵਰਗੇ, ਇਟਲੀ ਵਰਗੇ ਸੰਪੰਨ ਦੇਸ਼ ਲੰਬੇ ਪਾ ਕੇ ਰੱਖ ਦਿੱਤੇ। ਇੱਕ ਛੋਟਾ ਜਿਹਾ ਸਾਇੰਸ ਤੇ ਪ੍ਰਾਊਡ ਕਰ ਰਹੇ ਸੀ, ਉਹਦੀ ਤਾਂ ਇੱਕ ਉਹਨੇ ਤੇ ਚੁਟਕੀ ਦੀ ਖੇਡ ਹੈ ਇਹ। ਛੋਟਾ ਜਿਹਾ ਵਾਇਰਸ ਜਿਹੜਾ ਅੱਖ ਨਾਲ ਦਿਖਦਾ ਵੀ ਨਹੀਂ, ਉਹ ਮਾਈਕਰੋਸਕੋਪ ਜਿਹੜੀ ਕਈ ਲੱਖ ਗੁਣਾ ਕਰਕੇ ਦਿਖਾਉਂਦੀ ਹੈ, ਉਹਦੇ 'ਚ ਦਿਖਦਾ ਉਹ। ਸਭ ਨੂੰ ਰੱਬ ਯਾਦ ਕਰਾਤਾ ਸੀ ਉਸ ਹਾਂ, time। ਉਹਨੇ ਦੁਨੀਆ ਨੂੰ ਲੰਬੇ ਪਾਤਾ ਵੀ ਤੁਸੀਂ ਕਿਆ ਸਮਝਦੇ ਵੀ ਅਸੀਂ ਸਭ ਕੁਝ ਡਿਪਰੈਸ਼ਨ ਵਾਲੇ ਮਾਮਲੇ 'ਚ ਹੁਣ ਤੁਸੀਂ ਆਪਣਾ ਐਡਰੈਸ, ਡਾਕਟਰ ਸਾਹਿਬ ਇਹਨਾਂ ਦਾ ਨਾਮ ਡਾਕਟਰ ਸੋਹਣ ਸਿੰਘ ਪਪਰਾਲੀ, ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਇਹਨਾਂ ਦਾ ਜਿਹੜਾ ਐਡਰੈਸ ਆ ਉਹ ਕਾਈਨੌਰ ਪਿੰਡ 'ਚ ਇਹਨਾਂ ਦਾ ਹਸਪਤਾਲ ਆ। ਕਾਈਨੌਰ ਪਿੰਡ ਜਾ ਕੇ ਡਾਕਟਰ ਸੋਹਣ ਸਿੰਘ ਪਪਰਾਲੀ ਬਾਰੇ ਤੁਸੀਂ ਪੁੱਛ ਸਕਦੇ ਹੋ। ਇਹਨਾਂ ਕੋਲੇ ਆਪਣਾ ਡਿਪਰੈਸ਼ਨ ਦਾ ਪੱਕਾ ਇਲਾਜ ਆ। ਤੁਸੀਂ ਇੱਕ ਵਾਰ ਇਹਨਾਂ ਨੂੰ ਜ਼ਰੂਰ ਇਹਨਾਂ ਕੋਲੇ ਆਓ ਜੇ ਤੁਹਾਨੂੰ ਡਿਪਰੈਸ਼ਨ ਫੀਲ ਹੋ ਰਿਹਾ, ਜਾਂ ਤੁਸੀਂ ਇਹਨਾਂ ਬਾਰੇ ਕੋਈ ਕੰਟੈਕਟ ਜਾਂ ਕੁਝ ਵੀ ਕਰਨਾ ਚਾਹੁੰਦੇ ਹੋ ਤਾਂ ਸਾਡੀ ਟੀਮ ਤੋਂ ਵੀ ਇਹਨਾਂ ਬਾਰੇ ਕੰਟੈਕਟ ਨੰਬਰ ਲੈ ਸਕਦੇ ਹੋ, ਕਿਉਂਕਿ ਇਹਨਾਂ ਕੋਲ ਡਿਪਰੈਸ਼ਨ ਦਾ ਹੱਲ ਹੈਗਾ। ਇਹਨਾਂ ਕੋਲ ਅਸੀਂ ਬਹੁਤ ਸਾਰੇ ਕੇਸ ਦੇਖਿਆ ਜਿਹੜੇ ਸਹੀ ਹੋ ਚੁੱਕੇ ਆ। ਡਿਪਰੈਸ਼ਨ ਅੱਜ ਕੱਲ੍ਹ ਅਸੀਂ ਡਿਪਰੈਸ਼ਨ ਮੁੱਦਾ ਤਾਂ ਚੁਣਿਆ ਕਿਉਂਕਿ ਅੱਜ ਕੱਲ੍ਹ ਹਰ ਕੰਮ ਦੇ ਵਿੱਚ ਤਣਾਅ ਆ। ਤਣਾਅ ਮਤਲਬ ਡਿਪਰੈਸ਼ਨ, ਘਰੇਲੂ ਆਪਾਂ ਕੋਈ ਵੀ ਆਪਣੇ ਚਾਹੇ ਘਰੇਲੂ ਕੋਈ ਪ੍ਰੋਬਲਮ ਆ ਜਾਂਦੀ ਆ ਆਪਾਂ ਨੂੰ, ਉਹ ਵੀ ਆਪਾਂ ਕਈ ਵਾਰ ਦਿਲ 'ਤੇ ਲਾ ਕੇ ਬਹਿ ਜਾਂਦੇ ਹਾਂ, ਆਪਾਂ ਇਕੱਲੇ ਰਹਿਣ ਲੱਗ ਜਾਂਦੇ ਹਾਂ। ਉਹਨਾਂ ਹਰ ਚੀਜ਼ ਦਾ ਹੱਲ ਆ। ਉਹ ਕਹਿ ਰਹੇ ਵੀ ਸਾਡੇ ਕੋਲ ਵੀ ਅਸੀਂ ਕੋਈ ਟੈਸਟ ਕੁਛ ਨਹੀਂ ਕਰਾਉਂਦੇ, ਅਸੀਂ ਸਿਰਫ ਅਗਲੇ ਦੀਆਂ ਗੱਲਾਂ ਪੁੱਛਣੀਆਂ, ਅਗਲੇ ਦੀਆਂ ਭਾਵਨਾਵਾਂ ਪੁੱਛਣੀਆਂ ਵੀ ਕਿ ਉਹ ਕੀ ਹੋ ਰਿਹਾ। ਉਹ ਭਾਵਨਾਵਾਂ ਦੇ ਸਿਰ 'ਤੇ ਹੀ ਇਲਾਜ ਕਰਦੇ ਆ ਅਤੇ ਇਹਨਾਂ ਕੋਲ ਇਸ ਚੀਜ਼ ਦਾ ਪੱਕਾ ਇਲਾਜ ਆ। ਤੁਸੀਂ ਇਹਨਾਂ ਤੋਂ ਇਲਾਜ ਕਰਾਉਣ ਲਈ ਇਹਨਾਂ ਕੋਲ ਪਿੰਡ ਕਾਈਨੌਰ ਪਿੰਡ ਆ, ਇੱਥੇ ਆਪਣਾ ਮਰਿੰਡਾ ਦੇ ਨਾਲ ਆ। ਇਹ ਆਪਣਾ ਮਰਿੰਡਾ ਤੋਂ ਰੋਪੜ ਸੜਕ 'ਤੇ ਆਉਂਦੇ ਕਾਈਨੌਰ ਪਿੰਡ ਆ। ਕਾਈਨੌਰ ਪਿੰਡ ਦੇ ਹਸਪਤਾਲ ਆ, ਇੱਥੇ ਜ਼ਰੂਰ ਪਹੁੰਚੋ। ਤੁਸੀਂ ਦੇਖ ਰਹੇ ਹੋ ਪੰਜਾਬ ਵਿਊ, ਮੈਂ ਸੋਨੀ ਗਿੱਲ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੈਕਿੰਡ ਇੱਕ ਗੱਲ ਰਹਿ ਗਈ ਹੈ, ਬੋਲੋ ਜੀ, ਬੋਲੋ ਪੂਰੇ ਜੀ। ਇੱਕ ਵਾਰ ਦੱਸ ਰਹੇ ਨੇ ਇੱਕ ਲੜਕੀ ਦਾ ਕੇਸ ਠੀਕ ਕਰਿਆ ਸੀ, ਅੱਜ ਦੇ ਲੋਕਲੇ ਸੀਗੀ ਉਹਨੂੰ ਨਾ OCD ਸੀਗਾ। ਇਹ ਵੀ ਇੱਕ ਮੈਂਟਲ ਡਿਸਆਰਡਰ ਹੁੰਦਾ ਹੈ। ਉਹਦੇ 'ਚ ਕਿਆ ਹੁੰਦਾ ਹੈ, ਇੱਕ ਖਿਆਲ ਬੰਦੇ ਨੂੰ ਵਾਰ-ਵਾਰ ਆਈ ਜਾਂਦਾ ਹੈ, ਵਾਰ-ਵਾਰ। ਉਹ ਹੁੰਦਾ ਡਿਊ ਟੂ ਜਿਹੜੇ ਸਾਡੇ ਨਿਊਰੋ ਟਰਾਂਸਮਿਟਰ ਹੈ, ਡੋਪਾਮੀਨ ਵਗੈਰਾ, ਉਹਨਾਂ ਦੀ ਘਾਟ ਕਰਕੇ। ਉਹ ਪਤਾ ਕੀ ਕਰਦੀ ਸੀਗੀ, ਉਹਨੂੰ ਜਿਹੜੇ ਈਵਨ ਨੰਬਰ ਹੈ ਉਹਨਾਂ ਦੇ ਉੱਤੇ ਗੜਬੜ ਹੁੰਦੀ ਸੀ। ਜਦ ਵੀ ਕੋਈ 2, 4 ਜਾਂ 6 ਕਹਿੰਦਾ ਸੀ ਨਾ, ਕਹਿੰਦੀ ਮੈਨੂੰ ਐਂ ਖੇ ਚੜ੍ਹਦੀ, ਮੈਂ ਇਹਦੇ ਥੱਪੜ ਮਾਰਾਂ ਜਾ ਕੇ। ਹਾਲਾਂਕਿ ਜਿਹੜੇ ਔਡ ਹੈ 1, 3, 5 ਉਹਨਾਂ ਪਰ ਕੋਈ ਅਸਰ ਨਹੀਂ ਤਾ। ਇਹ ਖਾਸ ਕਿਸਮ ਦੇ ਹੁੰਦੇ। OCD ਵਾਲੇ ਜਿਉਂ ਹੱਥ ਧੋਣ ਲੱਗਦੇ ਆ 2 ਵਾਰ 4 ਵਾਰ 6 ਵਾਰ, ਉਹਨਾਂ ਦੀ ਤਸੱਲੀ ਉਹ ਨਹੀਂ ਹੁੰਦੀ। ਐਸੇ ਤਰੀਕੇ ਨਾਲ ਜੇ ਤਾਲਾ ਲਗਾਤਾ, ਮੁੜ ਕੇ ਤਾਲੇ ਨੂੰ ਦੇਖਣਗੇ ਵੀ ਲੱਗ ਵੀ ਗਿਆ, ਫਿਰ ਕਿਸੇ ਹੋਰ ਨੂੰ ਆਪਣੇ ਘਰ ਦੇ ਨੂੰ ਭੇਜੂਗੇ ਵੀ ਦੇਖ ਕੇ ਆਓ ਮੈਂ ਤਾਲਾ ਲਾ ਵੀ ਦਿੱਤਾ। ਇਹ ਵੀ ਇੱਕ ਖਾਸ ਕਿਸਮ ਦਾ ਮੈਂਟਲ ਡਿਸਆਰਡਰ ਹੁੰਦਾ। ਇਹੋ ਜਿਹੀ ਸਕੀਜ਼ੋਫਰੀਨੀਆ ਹੁੰਦਾ। ਮਤਲਬ ਤੁਹਾਡੇ ਕੋਲ ਆਪਣਾ ਵੀ ਪ੍ਰੋਬਲਮ ਸਾਰੀ ਦੱਸ ਦੇਵੇ ਤੁਹਾਨੂੰ, ਹੈ ਨਾ, ਹਰ ਤਰ੍ਹਾਂ ਦੇ ਆਪਣੇ ਸੰਕੇਤ ਦੱਸ ਦੇਵੇ, ਫਿਰ ਤੁਹਾਨੂੰ ਇਲਾਜ ਕਰਨਾ ਸੌਖਾ ਹੋ ਜਾਊਗਾ। ਪੁੱਛਣਾ ਹੀ ਪੈਂਦਾ, ਹਰ ਇੱਕ ਚੀਜ਼ ਪੁੱਛਦੇ ਹਾਂ ਅਸੀਂ, ਵਾਰ-ਵਾਰ ਘੁਮਾ ਕੇ। ਪੇਸ਼ੈਂਟ ਆਦੀ ਨਹੀਂ ਹੁੰਦੇ ਦੱਸਣ ਦੇ, ਜੀ। ਉਹ ਸਾਨੂੰ ਵਾਰ-ਵਾਰ ਕੱਢਣੀ ਪੈਂਦੀ ਹੈ। ਕਿਵੇਂ ਗੱਲ, ਉਹ ਵੀ ਆਪ ਜੀ ਨਾਲ ਸਾਂਝੀ ਕਰ ਦੇਵਾਂ ਇੱਕ, ਫਿਰ ਸਮਾਪਤ ਕਰਦੇ ਹਾਂ। ਜੀ। ਦੇਖੋ, ਇੱਕ ਪੇਸ਼ੈਂਟ ਆਇਆ, ਉਹਦਾ ਸਿਰ ਦੁਖਦਾ ਸੀ। ਉਹਨੂੰ ਪੁੱਛਿਆ ਵੀ ਇਹ ਸਿਰ ਤੁਹਾਡਾ ਕਦੇ ਸੱਜੇ ਕਦੇ ਖੱਬੇ ਇਸ ਤਰ੍ਹਾਂ ਆਲਟਰਨੇਟ ਕਰਦਾ? ਉਹ ਕਹਿੰਦੇ ਹਾਂਜੀ ਕਰਦਾ ਹੈ। ਮੈਂ ਕਿਹਾ ਅੱਛਾ, ਨਾਲ ਇਹ ਵੀ ਦੱਸੋ ਵੀ ਕਿਤੇ ਐਂ ਤਾਂ ਨਹੀਂ ਵੀ ਇੱਕ ਪਾਸੇ ਰਹਿੰਦਾ, ਕਦੇ ਦੂਏ ਪਾਸੇ ਜਾਂਦਾ? ਫਰਜ਼ ਕਰੋ ਸੱਜੇ ਪਾਸੇ ਰਹਿੰਦਾ, ਕਦੇ ਖੱਬੇ ਜਾਂਦਾ। ਉਹ ਸਮਝਦਾ ਸੀ ਵੀ ਇਹ ਇੱਕੋ ਗੱਲ ਹੈ। ਉਹ ਅਲੱਗ-ਅਲੱਗ ਹੈ, ਦਵਾਈਆਂ ਅਲੱਗ-ਅਲੱਗ ਨੇ ਇਹਦੇ 'ਚ। ਨਾ ਹੀ ਸਿਰ ਦਰਦ ਦੀ ਸਾਡੇ ਕੋਲ ਕੋਈ ਐਸ ਸੱਚ ਦਵਾਈ ਹੈਗੀ ਹੈ। ਕਿਸੇ ਵੀ ਬਿਮਾਰੀ ਦੀ ਇੱਕਣ ਦੀ ਕੋਈ ਦਵਾਈ ਨਹੀਂ। ਸਿੰਪਟਮ ਪੁੱਛ ਕੇ ਸਾਰੀਆਂ ਦਵਾਈਆਂ ਸਾਰੀਆਂ ਬਿਮਾਰੀਆਂ ਖਾਤਰ ਨੇ। ਇਹ ਇੱਕ ਅਜੀਬ ਚੀਜ਼ ਹੈ। ਇਹ ਸਿਸਟਮ ਹੀ ਹੋਰ ਤਰ੍ਹਾਂ ਦਾ ਹੈ। ਨਹੀਂ, ਤੁਹਾਡਾ ਸਿਸਟਮ ਪਹਿਲਾ ਸਿਸਟਮ ਦੇਖਿਆ ਜਿਹੜਾ ਬਿਨਾਂ ਟੈਸਟ ਤੋਂ, ਮੈਂ ਕਦੇ ਨਹੀਂ ਦੇਖਿਆ ਬਿਨਾਂ ਟੈਸਟ ਤੋਂ ਇਲਾਜ ਕਰ ਰਹੇ ਹੋ ਤੁਸੀਂ। ਬਿਨਾਂ ਟੈਸਟ ਨੈਵਰ
ਥਾਊਜ਼ੈਂਡਸ ਲੋਕ ਸਾਡੇ ਹੱਥਾਂ 'ਚ ਉਹਦੀ ਕੇਸ ਠੀਕ ਕਰਾ ਚੁੱਕੇ ਹੈ। ਕਦੇ ਕਿਸੇ ਦਾ ਟੈਸਟ MRI CT ਆਈ ਨੈਵਰ, ਕੁਛ ਨਹੀਂ ਲੋੜ ਕਦੇ ਪਈ ਵੀ ਨਹੀਂ। ਮੈਂ ਨਹੀਂ ਕਿਸੇ ਨੂੰ ਕਹਿੰਦਾ, ਨਾ ਸਾਨੂੰ ਲੋੜ ਪੈਂਦੀ ਹੈ। ਤੇ ਪੇਸ਼ੈਂਟ ਸਾਰੇ ਵੀ ਕੱਲ MRI ਨੇ ਕਿਆ ਦੱਸਣਾ ਹੁੰਦਾ ਵੀ ਕਲੌਟ ਸੱਜੇ ਹੈ ਜਾਂ ਖੱਬੇ ਹੈ, ਉਹ ਤਾਂ ਪਤਾ ਹੀ ਹੁੰਦਾ। ਜੇ ਖੱਬਾ ਖੜ ਗਿਆ ਪਾਸਾ ਤਾਂ ਸੱਜੇ ਹੈ, ਕਿਉਂਕਿ ਗਰਦਨ ਵੀ ਜਾ ਕੇ ਕ੍ਰਾਸ ਕਰਦੀਆਂ ਨਰਵਸ, ਤੇ ਜੇ ਸੱਜਾ ਪਾਸਾ ਖੜ ਗਿਆ ਤਾਂ ਕਲੌਟ ਖੱਬੇ ਪਾਸੇ। ਇੰਨੀਓ ਗੱਲ ਹੈ ਉਹਨੇ ਦੱਸਣੀ ਹੁੰਦੀ MRI ਨੇ, ਕਿੰਨੇ ਹੀ ਪੈਸੇ ਲੱਗ ਜਾਂਦੇ। ਇਸ ਕਰਕੇ ਜ਼ਰੂਰ ਇੱਕ ਵਾਰ ਇਹ ਸਿਸਟਮ ਨੂੰ, ਇਹ ਨਹੀਂ ਵੀ ਮੇਰੇ ਕੋਲੇ ਕੋਈ ਇਹ ਸਿਸਟਮ ਦਾ ਕਾਬਲ ਬੰਦਾ ਹੋਵੇ, ਉਹ ਤੇ ਕਰਾ ਲੈਣਾ ਚਾਹੀਦਾ ਇਲਾਜ। ਜੇ ਕਿਤੋਂ ਟ੍ਰੀਟਮੈਂਟ ਕਿਤੋਂ ਨਹੀਂ ਹੋ ਰਿਹਾ ਤੁਹਾਡਾ, ਤਾਂ ਤੁਸੀਂ ਇੱਕ ਵਾਰ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ। ਤੁਹਾਨੂੰ ਡਾਕਟਰ ਸਾਹਿਬ ਦਾ ਐਡਰੈਸ ਤੁਹਾਨੂੰ ਦੱਸਤਾ, ਇੱਕ ਵਾਰ ਜ਼ਰੂਰ ਮਿਲੋ। ਡਾਕਟਰ ਸਾਹਿਬ ਤੁਹਾਡਾ ਤੁਸੀਂ ਕਹਿ ਰਹੇ ਹੋ, ਮੈਂ ਨਹੀਂ ਕਹਿ ਸਕਦਾ। ਨਹੀਂ ਮੈਂ ਕਹਿ ਰਿਹਾ, ਮੈਂ ਕੁਝ ਚੀਜ਼ਾਂ ਦੇਖੀਆਂ ਤਾਂ ਹੀ ਤੁਹਾਡੇ ਕੋਲ ਆਇਆ ਵੀ ਮੇਰੇ ਇੱਕ ਰਿਲੇਟਿਵ ਆ, ਉਸ ਨੂੰ ਵੀ ਇਸ ਚੀਜ਼ ਨਾਲ ਫਰਕ ਪਿਆ ਜੀ। ਗਿੱਲ ਸਾਹਿਬ, ਮੈਨੂੰ ਇੱਕ ਵਾਰ ਪਹਿਲਾਂ ਥਲੀ ਸਾਹਿਬ ਨੇ ਪਾਤੀ ਸੀ ਅਧਰੰਗ ਤੇ, ਉਸੇ ਕਰਕੇ ਨਹੀਂ ਸਾਹ ਆਉਂਦਾ ਸਾਨੂੰ। ਤਾਂ ਇੰਨੇ ਪੇਸ਼ੈਂਟ ਆਉਣੇ, ਉਹਨਾਂ ਨੇ ਹੁਣ ਕਈ ਵਾਰ ਕਹਿ ਲਿਆ ਵੀ ਕਿਸੇ ਹੋਰ ਬਿਮਾਰੀ ਪਰ ਵੀ ਪਾ ਦਿਓ, ਮੈਂ ਹੁਣ ਤਾਈਂ ਅਲਾਉ ਨਹੀਂ ਕਰਿਆ। 3 ਸਾਲ ਸਾਹਿਬ ਆਪਾਂ ਕਿਹੜਾ ਵੀ, ਤੁਸੀਂ ਕਿਹੜਾ ਮੈਨੂੰ ਐਡ ਲਈ ਬੁਲਾਇਆ? ਜੇ ਤੁਹਾਡੇ ਕੋਲ ਆ ਕੇ ਕਿਸੇ ਦਾ ਦੁੱਖ ਮਿਟ ਜੇ, ਮੈਂ ਤਾਂ ਇਹੀ ਚਾਹੁੰਦਾ। ਆਪਾਂ ਦੇਖੋ, ਨਾ ਤੁਸੀਂ ਕੁਝ ਕਰ ਰਹੇ ਹੋ, ਨਾ ਮੈਂ ਕੁਝ ਕਰ ਰਿਹਾ। ਆਪਾਂ ਤਾਂ ਚਾਹੁੰਦਾ ਵੀ ਅਗਲਾ ਜਿਹੜੀ ਚੀਜ਼ ਜ਼ਿਆਦਾ ਮੁੱਦਾ, ਜੇ ਤੁਹਾਡੇ ਕੋਲ ਕੋਈ ਹੋਰ ਮੁੱਦਾ ਹੈਗਾ ਤਾਂ ਹੋਰ ਮੁੱਦੇ ਤੇ ਵੀ ਆਪਾਂ ਡਾਕਟਰ ਸਾਹਿਬ ਦੀ ਰਾਏ ਲਵਾਂਗੇ ਅਗਲੀ ਵਾਰ। ਇਸ ਵਾਰ ਜੋ ਡਾਕਟਰ ਸਾਹਿਬ ਨੇ ਰਾਏ ਲਈ, ਉਹ ਤੁਹਾਨੂੰ ਕਿਵੇਂ ਲੱਗੀ ਇਸ ਬਾਰੇ ਜ਼ਰੂਰ ਕਮੈਂਟ ਕਰਿਓ। ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਗੱਲ ਨਹੀਂ ਜੀ, ਇਟਸ ਆਲਰਾਈਟ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ।